ਪੰਜਾਬੀ ਹੈਰਲਡ ਟੀਵੀ ਅਤੇ ਪੰਜਾਬੀ ਹੈਰਲਡ ਨਿਊਜ਼ ਵੈਬਸਾਈਟ ਦੇ ਨਾਲ ਸਾਂਝ ਪਾ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਅੱਜ ਨਿਊਜ਼ੀਲੈਂਡ ਦੇ ਵਿੱਚ ਇੱਕ ਬਹੁਤ ਹੀ ਖਾਸ ਜਿਹੜੀ ਖਬਰ ਆ ਤੁਹਾਡੇ ਨਾਲ ਸ਼ੇਅਰ ਕਰਨੀ ਆ। ਬੀਤੀ ਰਾਤ ਤੋਂ ਉਹਦੇ ਵਾਸਤੇ ਜਿਹੜੀ ਉਤਸੁਕਤਾ ਬਣੀ ਹੋਈ ਸੀਗੀ ਤੇ ਬਹੁਤ ਸਾਰੇ ਜਿਹੜੇ ਨਵੇਂ ਸਾਡੇ ਮਾਈਗ੍ਰਾਂਟਸ ਹੈਗੇ ਆ ਉਹਨਾਂ ਨੂੰ ਇੱਕ ਬਹੁਤ ਸਾਲਾਂ ਤੋਂ ਇੱਕ ਖੁਸ਼ੀ ਭਰੀ ਜਿਹੜੀ ਖਬਰ ਦੀ ਉਡੀਕ ਸੀ ਉਹ ਅੱਜ ਸਵੇਰੇ ਜਿਹੜੀ ਆ 5 ਵਜੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਜਿਹੜੀ ਆ ਜਾਰੀ ਕੀਤੀ ਗਈ ਆ। ਤੇ ਅੱਜ ਸਾਰਿਆਂ ਹੀ ਅਖਬਾਰਾਂ ਦੇ ਵਿੱਚ ਸਥਾਨਕ ਪੱਧਰ ਦੇ ਉੱਤੇ ਅਤੇ ਰਾਸ਼ਟਰੀ ਮੀਡੀਆ ਦੇ ਉੱਤੇ ਦੇਖੀ ਉਹ ਜਿਹੜੀ ਖਬਰ ਆ ਸਾਰੇ ਪਾਸੇ ਛਾਈ ਹੋਈ ਆ। ਉਸ ਖਬਰ ਦੇ ਵਿੱਚ ਉਸ ਪਟਾਰੀ ਦੇ ਵਿੱਚ ਕੀ ਕੀ ਹੈਗਾ ਟੈਕਨੀਕਲੀ ਤੇ ਕਿਹੜੇ ਕਿਹੜੇ ਬੰਦੇ ਜਿਹੜੇ ਆ ਜਿਨ੍ਹਾਂ ਦੇ ਜਿਹੜੇ ਵੀਜ਼ੇ ਆ ਉਹਨਾਂ ਦੇ ਉੱਤੇ ਜਿਹੜੀ ਆ ਰੈਜ਼ੀਡੈਂਸੀ ਦੀ ਮੋਹਰ ਲੱਗਣੀ ਆ, ਜਿਨ੍ਹਾਂ ਨੇ ਆਪਣੇ ਅੱਜ ਲੱਡੂ ਵੰਡਣੇ ਆ, ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀ ਜਿਹੜੀ ਜ਼ਾਹਰ ਕਰਨੀ ਆ, ਉਹ ਕਿਸ ਤਰ੍ਹਾਂ ਕਰਨਗੇ। ਉਹ ਜਿਹੜਾ ਇੱਕ ਪਾਥਵੇ ਆ ਜਿਹੜਾ ਖੋਲਿਆ ਗਿਆ, ਉਹ ਰਸਤਾ ਕਿੰਨਾ ਕੁ ਜਿਹੜਾ ਲੰਬਾ ਆ, ਕਿੰਨਾ ਕੁ ਪੈਂਡਾ, ਕਿੰਨੇ ਕੁ ਉਹਦੇ ਵਿੱਚ ਜਿਹੜੇ ਆ ਸਮਝ ਲਓ ਰੋੜੇ ਬੱਟੇ ਜਿਹੜੇ ਆ ਸਕਦੇ ਆ। ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਜਿਹੜੀ ਆਪਾਂ ਗੱਲ ਕਰਾਂਗੇ ਤਾਂ ਸਾਨੂੰ ਕਿਸੇ ਇਮੀਗ੍ਰੇਸ਼ਨ ਸਲਾਹਕਾਰ ਦੀ ਜਿਹੜੀ ਜ਼ਰੂਰ ਇਹਦੇ ਵਿੱਚ ਲੋੜ ਪੈਣੀ ਆ। ਸੋ ਅੱਜ ਮੈਂ ਕਰਾ ਕੇ ਇੱਕ ਸਾਡੇ ਬਹੁਤ ਹੀ ਪਿਆਰੇ ਅਜੀਜ਼ ਦੋਸਤ ਅਤੇ ਬੀਤੇ ਕਈ ਸਾਲਾਂ ਤੋਂ ਪੰਜਾਬੀਆਂ ਦੇ ਗੜ ਮਨਰੇਵਾ ਵਿਖੇ ਵਰਲਡ ਟਰੈਵਲ ਸੈਂਟਰ ਤੇ ਵਰਲਡ ਵਾਈਡ ਇਮੀਗ੍ਰੇਸ਼ਨ ਦੇ ਨਾਲ ਜਿਹੜੇ ਆਪਣਾ ਇੱਕ ਅਦਾਰਾ ਚਲਾ ਰਹੇ ਨੇ। ਮੇਰੀ ਮੁਰਾਦ ਸਰਦਾਰ ਸੰਨੀ ਸਿੰਘ ਹੋਣਾ ਤੋਂ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ। ਸੋ ਜੂਮ ਦੇ ਉੱਤੇ ਉਹ ਆ ਗਏ ਨੇ, ਉਹਨਾਂ ਨੂੰ ਫਤਿਹ ਬੁਲਾਉਂਦੇ ਆ ਤੇ ਸਾਂਝ ਪਾਣੇ ਉਹਨਾਂ ਨਾਲ। ਸੰਨੀ ਸਿੰਘ ਜੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਕੀ ਹੋ ਰਿਹਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਬਸਿਆਲਾ ਜੀ ਤੇ ਧੰਨ ਹੋ ਗਏ ਅੱਜ ਤੁਸੀਂ, ਤੁਹਾਡੇ ਦਰਸ਼ਨ ਕਰਕੇ। ਤੇ ਪੰਜਾਬੀ ਕਹਿੰਦੇ ਕਿ ਅੱਜ ਦਿਨ ਖੁਸ਼ੀਆਂ ਦਾ ਜੀ ਮਿੱਤਰਾ, ਅੱਜ ਦਿਨ ਵਾਕਿਆ ਅੱਜ ਖੁਸ਼ੀਆਂ ਦਿਨ ਦਾ ਖੁਸ਼ੀਆਂ ਦਾ ਆਇਆ, ਅੱਜ ਦਿਨ ਖੁਸ਼ੀਆਂ ਦਾ ਆਇਆ, ਏਦਾਂ ਕਰਕੇ ਗੀਤ ਅੱਜ ਹੈਗਾ ਦਿਨ ਜਿਹੜਾ। ਖੁਸ਼ੀਆਂ ਦਾ ਆਇਆ। ਤੇ ਪਹਿਲਾਂ ਤਾਂ ਇਹ ਦੱਸੋ, ਜਦੋਂ ਤੁਸੀਂ ਸਵੇਰੇ ਉੱਠੇ ਆ ਤੇ ਤੁਹਾਡੇ ਫੋਨ ਦੇ ਵਿੱਚ ਆਮ ਤੌਰ ਦੇ ਉੱਤੇ ਕਿੰਨੀਆਂ ਕਿ ਮਿਸ ਕਾਲਾਂ ਹੁੰਦੀਆਂ ਤੇ ਅੱਜ ਕਿੰਨੀਆਂ ਸੀਗੀਆਂ? ਬਾਬਾ ਜੀ ਮੈਂ ਜੇ ਤੁਸੀਂ ਸਵੇਰ ਦੀ ਗੱਲ ਕਰਾਂਗੇ ਤੇ ਹਾਂਜੀ। ਸਵੇਰੇ ਮੇਰੇ ਖਿਆਲ 'ਚ ਕੱਲ ਰਾਤ 12 ਵਜੇ ਤੋਂ ਬਾਅਦ ਸਵੇਰ ਸ਼ੁਰੂ ਹੋ ਜਾਂਦੀ ਹੈ। ਅੱਛਾ ਜੀ। ਤੇ ਸਭ ਤੋਂ ਪਹਿਲੀ ਕਾਲ ਜਿਹੜੀ ਆ ਉਹ 12 ਵਜੇ ਤੋਂ ਪਹਿਲਾਂ ਤੇ 12 ਵਜੇ ਤੋਂ ਬਾਅਦ ਜਿਸ ਸੱਜਣ ਪਿਆਰੇ ਦੀ ਮੈਨੂੰ ਆਈ, ਜਿਸ ਸੱਜਣ ਨਾਲ ਮੈਂ ਗੱਲਾਂ ਕੀਤੀਆਂ, ਉਹ ਅੱਛਾ ਇਸ ਜੀ। ਟਾਈਮ ਮੇਰੇ ਰੂਬਰੂ ਮੋਹਰੇ ਬੈਠੇ ਆ। ਉਹਨਾਂ ਦਾ ਵਾਹ ਨਾਮ ਵਾਹ ਹੈਗਾ ਵਾਹ। ਭਾਈ ਹਰਜਿੰਦਰ ਸਿੰਘ ਜੀ ਬਸਿਆਲਾ। ਤੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਭਾਜੀ। ਮੈਂ ਹਰੇਕ ਉਸ ਇਨਸਾਨ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੀ ਚਾਹੇ ਕੱਖ ਦੀ, ਚਾਹੇ ਆਪਣੇ ਲੱਖ ਦੀ, ਚਾਹੇ ਉਸ ਤੋਂ ਵੀ ਵੱਧ ਉਹਨਾਂ ਨੇ ਐਫਰਟਸ ਕੀਤੇ ਨੇ। ਹਰੇਕ ਪੰਜਾਬੀ ਦਾ, ਹਰੇਕ ਇੰਡੀਅਨਸ ਦਾ, ਚਾਹੇ ਕਿਸੇ ਵੀ ਰੂਪ ਵਿੱਚ ਹੈਗਾ, ਉਹਨਾਂ ਨੇ ਐਫਰਟਸ ਕਰਕੇ ਅੱਜ ਇਹ 30 ਸਤੰਬਰ 2021 ਜਿਹੜਾ ਦਿਹਾੜਾ ਆਇਆ ਨਾ, ਇਹਨੂੰ ਸਾਰੇ ਅਸੀਂ ਰਲ ਮਿਲ ਕੇ ਖੁਸ਼ੀਆਂ ਨਾਲ ਮਨਾਈਏ। ਤੁਹਾਡਾ ਪੰਜਾਬੀ ਕਹਿੰਦੇ ਨੇ ਕਿ ਆਪਾਂ ਗੁਰੂ ਸਾਹਿਬ ਅੱਗੇ ਕੋਟ-ਕੋਟ ਧੰਨਵਾਦ ਕਰਦੇ ਹਾਂ। ਤੁਹਾਡਾ ਵਾਕਿਆ ਕੋਟਨ-ਕੋਟਨ ਧੰਨਵਾਦ ਕਰਦਾ ਕਿ ਤੁਸੀਂ ਇੰਗਲਿਸ਼ ਦੀ ਖਬਰ ਨੂੰ ਆਪਣੇ ਪੰਜਾਬੀਆਂ ਦੀ, ਉਹਨਾਂ ਦੀ ਆਪਣੀ ਮਾਂ ਭਾਸ਼ਾ ਦੇ ਵਿੱਚ ਉਸ ਇਦਾਂ ਦੇ ਸੁਚੱਜੇ ਤਰੀਕੇ ਦੇ ਨਾਲ ਲੈ ਕੇ ਆਉਂਦੇ ਆ ਕਿ ਸਮਝਣਾ ਬੜਾ ਸੌਖਾ ਹੋ ਜਾਂਦਾ। ਉਹ ਜਿਹੜਾ ਤੁਸੀਂ ਰਾਤ ਬਹੁਤ ਧੰਨਵਾਦ ਜੀ। ਜਿਆਦਾ ਹੋ ਜਾਣਾ, ਬਸ ਕਰੀਏ ਹੁਣ। ਮੈਂ ਜ਼ਿਆਦਾ ਨਹੀਂ ਕਹਿ ਰਿਹਾ, ਇਹ ਸੱਚ ਹੈ ਬਸਿਆਲਾ ਜੀ, ਜਿਹੜੀ ਤੁਹਾਡੀ ਤਾਰੀਫ ਕਰਨੀ ਬਣਦੀ ਆ ਉਹਦੇ ਤੇ ਹੱਕਦਾਰ ਹੈ। ਨਹੀਂ, ਬਹੁਤ ਧੰਨਵਾਦ, ਤੁਸੀਂ ਐਕਨੋਲਜ ਕੀਤਾ। ਮੈਂ ਜਾਣਕਾਰੀ ਵਾਸਤੇ ਦੱਸ ਦਵਾਂ ਆਪਣੇ ਦਰਸ਼ਕਾਂ ਨੂੰ, ਕਿਉਂਕਿ ਨਿਊਜ਼ ਆ ਜਿਹੜੀ ਕੱਲ ਸ਼ਾਮ ਨੂੰ ਸਾਡੇ ਕੋਲ ਪਹੁੰਚ ਗਈ ਸੀ, ਪਰ ਉਹਦੇ ਉੱਤੇ ਜਿੱਦਾਂ ਇੱਕ ਸ਼ਰਤ ਲੱਗੀ ਹੋਈ ਸੀਗੀ ਵੀ ਅਸੀਂ 30 ਜੂਨ ਸਵੇਰੇ 5 ਵਜੇ ਜਿਹੜੀ ਆ ਉਹ ਪਬਲਿਕਲੀ ਜਿਹੜੀ ਰਿਲੀਜ਼ ਕਰ ਸਕਦੇ ਹਾਂ। ਸੋ ਗਵਰਨਮੈਂਟ ਦਾ ਇੱਕ ਬਹੁਤ ਵਧੀਆ ਜਿਹੜਾ ਸਿਸਟਮ ਆ, ਤਾਂ ਕਿ ਤੁਸੀਂ ਉਸ ਨਿਊਜ਼ ਨੂੰ ਪਬਲਿਸ਼ ਕਰਨ ਤੋਂ ਪਹਿਲਾਂ ਅੰਡਰਸਟੈਂਡ ਕਰ ਜਾਓ। ਕੋਈ ਤੁਹਾਨੂੰ ਇਨਕੁਆਰੀ ਹੈਗੀ ਆ, ਤੁਸੀਂ ਨੈਟ ਤੇ ਸਰਚ ਕਰ ਲਓ। ਤੇ ਜਿੱਦਾਂ ਮਾਈਗ੍ਰਾਂਟਸ ਜਿਹੜੇ ਨਿਊਜ਼ ਪਬਲੀਕੇਸ਼ਨ ਹੈਗੇ ਆ, ਉਹ ਆਪਣੀ ਭਾਸ਼ਾ ਦੇ ਵਿੱਚ ਉਹਨੂੰ ਟਰਾਂਸਲੇਟ ਕਰ ਲੈਣ। ਸੋ ਇੱਕ ਬਹੁਤ ਵੱਡਾ ਉਹਨਾਂ ਦਾ ਵੀ ਧੰਨਵਾਦ ਆ, ਉਹਨਾਂ ਨੇ ਸਾਨੂੰ ਟਾਈਮ ਦਿੱਤਾ ਅੰਡਰਸਟੈਂਡ ਕਰਨ ਵਾਸਤੇ ਤੇ ਲਿਖਣ ਵਾਸਤੇ। ਮੈਨੂੰ ਯਾਦ ਆ, ਕਿਉਂਕਿ ਕਈ ਵਾਰ ਟੈਕਨੀਕਲ ਕੋਈ ਗੱਲ ਹੁੰਦੀ ਆ ਜਿਹਦੇ ਵਿੱਚ ਜੇ ਐਕਸਪਰਟ ਦੀ ਸਲਾਹ ਲੈ ਲਈ ਜਾਵੇ, ਉਹ 'ਚ ਬੰਦਾ ਛੋਟਾ ਨਹੀਂ ਹੋ ਜਾਂਦਾ। ਇਸ ਕਰਕੇ ਸੌਰੀ, ਮੈਂ ਕਹਿੰਦਾ ਤੁਹਾਨੂੰ ਰਾਤ ਨੂੰ 12, ਮੈਨੂੰ ਲੱਗਦਾ 12:30 ਵਜੇ ਤੁਹਾਨੂੰ ਮੈਂ ਮੈਸੇਜ ਕਰਕੇ ਪੁੱਛਿਆ ਜਾਗਦੇ ਆ ਤੇ ਤੁਹਾਡਾ ਕੁਦਰਤੀ ਮੈਸੇਜ ਆ ਗਿਆ। ਫਿਰ ਆਪਾਂ ਜਿਹੜੀ ਨਿਊਜ਼ ਆ ਉਹ ਦੋਨੇ ਪਾਸੇ ਡਬਲ ਚੈੱਕ ਕਰ ਲਈ ਸੀ ਤੇ ਕੁਝ ਗਲਤੀਆਂ ਵੀ ਸੀਗੀਆਂ ਜਿਹੜੀਆਂ ਆਪਾਂ ਉਹ ਗ੍ਰਾਮੈਟੀਕਲੀ ਵੀ ਠੀਕ ਕੀਤੀਆਂ ਤੇ ਕੁਝ ਟੈਕਨੀਕਲ ਵੀ ਜਿਹੜਾ ਉਹ ਤੁਹਾਡੀ ਸਹਾਇਤਾ ਦੇ ਨਾਲ ਠੀਕ ਕੀਤੀਆਂ, ਤਾਂ ਕਿ ਜਿਹੜੀ ਪਾਠਕਾਂ ਨੂੰ ਨਿਊਜ਼ ਆ ਉਹ ਸਹੀ ਮਿਲ ਜਾਵੇ। ਤੇ ਮੈਨੂੰ ਆਸ ਆ ਸਾਰੇ ਪਾਠਕਾਂ ਨੇ ਜਿਹੜੀ ਆ ਪੰਜਾਬੀ ਹੈਰਲਡ ਤੋਂ ਨਿਊਜ਼ ਪੜ੍ਹ ਵੀ ਲਈ ਹੋਊਗੀ, ਪਰ ਉਹਦੇ ਵਿੱਚ ਫਿਰ ਵੀ ਸੰਨੀ ਜੀ ਕਈ ਵਾਰ ਜਿਹੜੀਆਂ ਹੁੰਦੀਆਂ ਨਾ ਬਰੀਕੀਆਂ ਵੀ ਰਹਿ ਜਾਂਦੀਆਂ। ਤੇ ਸਰਕਾਰ ਨੇ ਵੀ ਅੱਗੇ ਲਿਖਿਆ ਹੁੰਦਾ ਵੀ ਫਾਰ ਮੋਰ ਇਨਫੋਰਮੇਸ਼ਨ ਤੇ ਇਸ ਵੈਬਸਾਈਟ ਦੇ ਉੱਤੇ ਜਾਓ। ਸੋ ਜਿਹੜੇ ਮੋਰ ਇਨਫੋਰਮੇਸ਼ਨ ਹੁੰਦੀ ਆ ਉਹਦੇ ਵਾਸਤੇ ਸਾਡੇ ਲਈ ਤਾਂ ਮੋਰ ਹੁੰਦੀ ਆ, ਪਰ ਤੁਹਾਡੀਆਂ ਵੈਸੇ ਹੀ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲੇ ਰੱਟਾ ਲੱਗੇ ਹੁੰਦੇ ਆ, ਟਿਪਸ ਦੇ ਉੱਤੇ ਹੁੰਦੀਆਂ। ਸੋ ਉਹਨਾਂ ਦੇ ਉੱਤੇ ਜਿਹੜੀ ਅੱਜ ਅਸੀਂ ਗੱਲਬਾਤ ਕਰਾਂਗੇ। ਜੇ ਮੋਟੇ ਤੌਰ ਤੇ ਸੰਨੀ ਜੀ ਪੁੱਛਣਾ ਹੋਵੇ
ਵੀ ਇਹ ਨਿਊਜ਼ ਆ ਉਹ ਵਾਕਈ ਜਿਹੜੀ ਖੁਸ਼ੀ ਭਰੀ ਹੈਗੀ ਆ। ਅਸਲ ਦੇ ਵਿੱਚ ਇਹ ਜਿਹੜੀ ਖੁਸ਼ੀ ਆ ਉਹ ਆਉਣ ਵਾਲੇ ਸਮੇਂ ਦੇ ਯਾਨੀ ਕਿਤੇ ਨਾ ਕਿਤੇ ਜਿਹੜੀ ਆ ਬਸ 2-3 ਤਹਿਾਂ ਦੇ ਵਿੱਚ ਮਤਲਬ ਦੱਬੀ ਪਈ ਆ ਤੇ ਜਲਦੀ ਜਿਹੜੀ ਆ ਪ੍ਰਗਟ ਹੋ ਜਾਊਗੀ। ਕੀ ਤੁਸੀਂ ਇਹ ਪਹਿਲਾਂ ਸਮਝਦੇ ਆ, ਪਹਿਲਾਂ ਇਹ ਗੱਲ ਦੀ ਜਿਹੜੀ ਅਸਲੀ ਖੁਸ਼ੀ ਦੇ ਵਿੱਚ ਕਨਵਰਟ ਹੋ ਜਾਵੇ, ਫਿਰ ਅਗਲੀ ਗੱਲ ਕਰਦੇ ਹਾਂ। ਵਸਿਆਲਾ ਜੀ, ਤੁਸੀਂ ਦੇਖਿਆ ਪਹਿਲਾਂ ਪੁੱਛਿਆ ਕਿ ਫੋਨ ਮੇਰਾ ਕਿੰਨਾ ਕੁ ਵੱਜ ਰਿਹਾ। ਰਾਤ ਦਾ ਫੋਨ ਵੱਜ ਰਿਹਾ, ਹਜੇ ਵੀ ਵੱਜ ਰਿਹਾ, ਫੋਨ ਮੈਂ ਬਾਹਰ ਰੱਖਿਆ ਹੋਇਆ। ਤੇ ਚਲੋ, ਮੈਂ ਵਧੀਆ ਗੱਲ ਆ ਕਿ ਹਰੇਕ ਇਨਸਾਨ ਨੂੰ ਕੁਐਰੀ ਕੁਐਸਚਨਸ ਹੁੰਦੇ ਆ। ਬਾਕੀ ਤੁਸੀਂ ਸਟੈਂਪ ਦੀ ਗੱਲ ਕੀਤੀ ਕਿ ਵਾਕਿਆ ਇਹ ਖੁਸ਼ੀ ਆ ਕਿ ਕਿਤੇ ਆਪਣੇ ਸਿਰਫ ਪਟਾਰਾ ਤਾਂ ਨਹੀਂ, ਇਹ ਵਾਕਿਆ ਖੁਸ਼ੀ ਦਾ ਪਟਾਰਾ। ਉਹਦਾ ਤੁਹਾਨੂੰ ਮੈਂ ਇੱਕ ਪ੍ਰੂਫ ਦੇਣ ਲੱਗਾ। ਤੁਹਾਨੂੰ ਪਤਾ ਕਿ ਨਿਊਜ਼ੀਲੈਂਡ ਦਾ ਇੱਕ ਸਿੰਬਲ ਸਾਈਨ ਹੈਗਾ ਆਪਣੇ ਸਿਲਵਰ ਫਰਨ ਜੀ। ਇਹ ਤੁਸੀਂ ਜੇ ਪੇਜ ਦੇਖ ਰਹੇ ਆ, ਇਹ ਇਮੀਗ੍ਰੇਸ਼ਨ ਦੀ ਵੈਬਸਾਈਟ, ਉਹਨਾਂ ਦੀ ਅਫੀਸ਼ੀਅਲ ਇਨਫੋਰਮੇਸ਼ਨ ਜਿਹੜੀ ਆ ਉਹ ਉੱਥੋਂ ਡਾਊਨਲੋਡ ਕਰਕੇ ਪ੍ਰਿੰਟ ਕੀਤਾ ਗਿਆ, ਤੇ ਜਿਹਦੇ ਵਿੱਚ ਉਹਨਾਂ ਨੇ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਟ੍ਰੇਡ ਮਾਰਕ ਦੇ ਨਾਲ ਇਹ ਇਨਫੋਰਮੇਸ਼ਨ ਰਿਲੀਜ਼ ਕੀਤੀ ਆ। ਤੁਹਾਡੇ ਕੋਲ ਪ੍ਰੈਸ ਰਿਲੀਜ਼ ਹੋਈ ਆ, ਇਮੀਗ੍ਰੇਸ਼ਨ ਨੇ ਇਹ ਇਨਫੋਰਮੇਸ਼ਨ ਆਪਣੇ ਅਫੀਸ਼ੀਅਲ ਪੇजेस ਤੇ ਕਰ ਦਿੱਤੀ ਆ, ਜਿਹਦੇ ਲਈ ਆਪਣੇ ਅੱਜਕੱਲ ਐਮਪੀ ਨੇ ਉਹਨਾਂ ਨੇ ਵੀ ਆਪਣੇ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਇੱਕ ਕੰਕਰੀਟ ਇਨਫੋਰਮੇਸ਼ਨ ਹੈ ਔਰ ਸਹੀ ਇਨਫੋਰਮੇਸ਼ਨ ਹੈ, ਔਰ ਵਾਕਿਆ ਹੀ ਖੁਸ਼ੀਆਂ ਵਾਲੀ ਇਹਦੀ ਖਬਰ ਆ। ਉਹ ਸਾਰੇ ਵਿੱਚ ਵੰਡਣਾ ਆਪਣਾ ਫਰਜ਼ ਬਣਦਾ। ਬਾਕੀ ਆਪਾਂ ਟੈਕਨੀਕਲ ਨੁਕਤਿਆਂ ਤੇ, ਜਿਵੇਂ ਕਿ ਲੋਕਾਂ ਨੂੰ ਵੈਸੇ ਓਵਰਆਲ ਤੁਸੀਂ ਸਮਝਾਤਾ, ਤੁਹਾਡੀ ਪੰਜਾਬੀ ਦੇ ਵਿੱਚ ਬੜੀ ਪਾਵਰ ਆ। ਉਹਦੇ ਨਾਲ ਜਿਹੜੇ ਕੁਝ ਸ਼ਬਦ, ਜਿਵੇਂ ਮੈਂ ਵੀ ਕੱਲ ਤੁਹਾਡੇ ਕੋਲੋਂ ਇੱਕ ਤੁਸੀਂ ਕਿਹਾ ਕਿ ਜੱਕਾ, ਮੈਨੂੰ ਹਜੇ ਪੂਰਾ ਜੱਕ ਮੁਸ਼ਤ ਵਨ ਆਫ ਜੱਕ ਮੁਸ਼ਤ, ਉਹ ਜਿਹੜਾ ਸ਼ਬਦ ਹੈ ਮੈਨੂੰ ਹਜੇ ਚੇਤੇ ਕਰਨ ਟਾਈਮ ਲੱਗ ਰਿਹਾ। ਤੁਸੀਂ ਪਤਾ ਨਹੀਂ ਕਿੱਥੋਂ ਕੱਢ ਕੇ ਲੈ ਕੇ ਆਉਂਦੇ ਆ। ਤੁਸੀਂ ਸਤਿੰਦਰ ਸਰਤਾਜ ਤੋਂ ਘੱਟ ਨਹੀਂ ਗਏ, ਵੱਧੇ ਹੀ ਆ ਤੁਹਾਡੀ। ਉਹਦੇ ਨਾਲ ਆਪਣੇ ਪੰਜਾਬੀਆਂ ਨੇ ਬੜੇ ਆਸਾਨੀ ਨਾਲ ਸਮਝ ਲਿਆ, ਬਟ ਕਾਫੀ ਆਪਣੇ ਭਾਈ ਭੈਣ ਭਰਾ ਜਾਂ ਹੋਰ ਜਿਹੜੇ ਮਾਈਗ੍ਰੈਂਟਸ ਹੈਗੇ ਆ, ਕਿ ਉਹਨਾਂ ਨੂੰ ਆਪਣੀ ਲੈਂਗੁਏਜ ਵਿੱਚ ਸਮਝਾਉਣਾ ਸਾਡਾ ਫਰਜ਼ ਬਣਦਾ। ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ, ਤੁਸੀਂ ਮੈਨੂੰ ਮੌਕਾ ਦਿੱਤਾ। ਵੈਸੇ ਤਾਂ ਸੋਸ਼ਲ ਮੀਡੀਆ ਭਰਿਆ ਪਿਆ, ਫੇਸਬੁੱਕ, ਵਟਸਐਪ, YouTube ਚੈਨਲ। ਤੁਹਾਡੇ YouTube ਚੈਨਲ ਲਈ ਤੁਹਾਨੂੰ ਫੇਰ ਮੁਬਾਰਕਾਂ। ਤੇ ਇਹਦੇ ਜਰੀਏ ਜਿਹੜੇ ਲੋਕੀ ਇਹ ਨਿਊਜ਼ ਜਿਹੜੀ ਦੇਖਣਗੇ, ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਤੇ ਜ਼ਰੂਰੀ ਨਹੀਂ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਤੋਂ ਇਨਫੋਰਮੇਸ਼ਨ ਲੈਣ। ਆਪਾਂ ਇਸ ਕਰਕੇ ਦੋਨੋਂ ਬੈਠੇ ਆ ਕਿ ਰਾਤੀ ਵੀ ਡਿਸਕਸ ਕੀਤਾ ਸੀ। ਤੁਹਾਡੀ ਮਿਹਨਤ ਨੂੰ ਸਲਾਮ ਆ, ਤੇ ਤੁਸੀਂ ਜਿਹੜੀ ਨਾ ਬਰੀਕੀਆਂ ਨੂੰ ਲੱਭ ਕੇ ਤੇ ਫਿਰ ਤੁਸੀਂ ਉਹਨੂੰ ਕਲਮਬੰਦ ਕੀਤਾ, ਉਹ ਸਮਝਣਾ ਸੌਖਾ ਹੋ ਗਿਆ। ਤੇ ਮੇਰਾ ਕੰਮ ਤੁਸੀਂ ਸੌਖਾ ਕੀਤਾ, ਕਿਉਂਕਿ ਮੈਨੂੰ ਤਾਂ ਸਵੇਰੇ ਉੱਠ ਕੇ ਆ ਕੇ ਇਹਨੂੰ ਸਾਰਿਆਂ ਨੂੰ ਇੱਕ ਇੱਕ ਲਾਈਨ ਨੂੰ ਪੜ੍ਹਨਾ ਪੈਣਾ ਸੀ। ਬਟ ਰਾਤੀ ਤੁਸੀਂ ਮੈਨੂੰ ਜੋ ਇਨਫੋਰਮੇਸ਼ਨ ਜਿਹੜੀ ਭੇਜੀ ਆ, ਉਹਨੂੰ ਮੈਂ ਰਾਤੀ 4-5 ਵਾਰੀ ਪੜ੍ਹਨਾ, ਤੇ ਮੇਰੇ ਕੋਲ ਕਾਫੀ ਮੈਮੋਰਾਈਜ਼ਡ ਹੋ ਗਿਆ। ਤੇ ਮੈਂ ਕਹਿੰਦਾ ਕਿ ਇਹ ਬਹੁਤ ਚੰਗੀ ਗੱਲ ਆ ਕਿ ਜਿੰਨੀ ਵਾਰ ਅਸੀਂ ਪੜ੍ਹਦੇ ਆ, ਨਵੀਂ ਇਨਫੋਰਮੇਸ਼ਨ ਮੂਹਰੇ ਆਉਂਦੀ ਹੈ, ਔਰ ਕਾਫੀ ਹਿਡਨ ਐਸਪੈਕਟ ਹੈਗੇ ਜਿਹੜੇ ਆਪਾਂ ਸ਼ੇਅਰ ਕਰਾਂਗੇ ਅੱਜ। ਥੈਂਕ ਯੂ ਸਨੀ ਜੀ। ਜਿਵੇਂ ਮੈਂ ਰਾਤੀ ਆਪਾਂ ਡਿਸਕਸ ਵੀ ਕੀਤਾ ਵੀ ਜਿਹੜੀ 1 ਲੱਖ ਅਪ ਟੂ 1,65,000 ਜਿੱਦਾਂ ਜਿਹੜੇ ਹੈਗੇ ਐਲੀਜੀਬਲ ਜਿਹੜੇ ਹੋਣਗੇ ਉਹ ਪੱਕੇ ਹੋ ਜਾਣਗੇ। ਕਿਉਂਕਿ ਮੈਨੂੰ ਇਦਾਂ ਲੱਗਿਆ ਵੀ ਇਹ 100 ਸੁਨਿਆਰ ਦੀ ਤੇ 1 ਲੋਹਾਰ ਵਾਲੀ ਜਿਹੜੀ ਗੱਲ ਹੋਈ ਆ, ਕੀ ਤੁਹਾਨੂੰ ਵੀ ਇਹ ਸਹੀ ਲੱਗਦਾ ਵੀ ਇਹ ਇੰਨੀ ਮੰਨਫੀ ਦੇ ਵਿੱਚ? ਵੈਸੇ ਤਾਂ ਗਵਰਨਮੈਂਟ ਕੋਲ ਸਾਰਾ ਕੁਝ ਡਾਟਾ ਉਹਦੇ ਕੋਲ ਪਿਆ ਹੀ ਹੁੰਦਾ, ਉਹਨਾਂ ਨੇ ਗਿਣਤੀ ਕਰਕੇ ਉਹਨਾਂ ਨੇ ਚੈੱਕ ਕਰ ਲਿਆ ਹੋਣਾ ਵੀ ਇੰਨੇ ਕੁ ਬੰਦੇ ਜਿਹੜੇ ਬਣਦੇ ਆ। ਸੋ ਮੈਨੂੰ ਲੱਗਦਾ ਵੀ ਜਿਹੜੀ 100 ਲੋਹਾਰ 1 ਲੋਹਾਰ ਵਾਲੀ ਗੱਲ ਦੇ ਵਿੱਚ ਜਿਹੜੇ ਆ ਸਾਰੇ ਆ, ਉਹ ਕਿਤੇ ਨਾ ਕਿਤੇ ਸਾਰਿਆਂ ਦੀ ਜਿਹੜੀ ਕਿਸਮਤ ਆ ਉਹ ਇੱਕਦਮ ਜਿਹੜੀ ਸਪਾਰਕ ਹੋਏਗੀ, ਤੇ ਉਹ ਜਿਹੜੇ ਸੋਨੇ ਦੇ ਵਿੱਚ ਬਦਲ ਜਾਣਗੇ ਇੱਕ ਸੱਟ ਦੇ ਨਾਲ ਹੀ। ਸੋ ਇਹ ਮੈਨੂੰ ਹੀ ਲੱਗਦਾ ਆ। ਸੋ ਇਹਦੀ ਬਰੀਕੀਆਂ ਦੀ ਗੱਲ ਕਰੀਏ ਤਾਂ ਐਲੀਜੀਬਿਲਟੀ ਕ੍ਰਾਈਟੇਰੀਆ ਵਾਸਤੇ ਉਹਨਾਂ ਨੇ ਜਿਹੜਾ ਆਨਲਾਈਨ ਚੈੱਕਰ ਵੀ ਲਾ ਦਿੱਤਾ ਆ। ਮੋਟੇ ਤੌਰ ਦੇ ਉੱਤੇ ਜਿਹੜੇ ਪੁਆਇੰਟ ਹੈਗੇ ਆ, ਉਹ ਪਲੀਜ਼ ਤੁਸੀਂ ਜ਼ਰੂਰ ਦਰਸ਼ਕਾਂ ਨੂੰ ਦੱਸੋ ਵੀ ਇਸ ਜਿਹੜੀ ਯੋਗ ਹੋਣਗੇ ਅਪਲਾਈ ਕਰਨ ਦੇ ਵਾਸਤੇ, ਜਿਨ੍ਹਾਂ ਨੂੰ ਅਕਤੂਬਰ ਮਹੀਨੇ ਦੇ ਅੰਤ ਤੱਕ ਚਿੱਠੀਆਂ ਆ ਜਾਣੀਆਂ, ਉਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੇ ਕਿਹੜੇ ਬੰਦੇ ਆ ਜਿਹੜੇ ਉਹ ਆਉਂਦੇ ਆ, ਤਾਂ ਕਿ ਉਹ ਵੀ ਆਪਣਾ ਜਿਹੜਾ ਥੋੜਾ ਬਹੁਤਾ ਆਪਣਾ ਜਿਹੜਾ ਐਨਾਲਿਸਿਸ ਜਿਹੜਾ ਕਰਨਾ, ਵਿਸ਼ਲੇਸ਼ਣ ਕਰ ਲੈਣ, ਸ਼ੁਰੂ ਕਰ ਲੈਣ, ਤਾਂ ਕਿ ਫਿਰ ਜਦੋਂ ਉਹਨਾਂ ਨੂੰ ਮੌਕਾ ਮਿਲੂਗਾ ਐਪਲੀਕੇਸ਼ਨ ਭਰਨ ਦਾ, ਤਾਂ ਕਿ ਉਹ ਆਪਣੀ ਤਿਆਰੀ ਰੱਖਣ। ਪਲੀਜ਼ ਵਸਿਆਲਾ ਜੀ, ਆਪਾਂ ਹੁਣ ਟੈਕਨੀਕਲ ਐਸਪੈਕਟ ਤੇ ਗੱਲ ਕਰੀਏ। ਤੇ ਜਿਹੜੀ ਤੁਸੀਂ ਗੱਲ ਕੀਤੀ ਕਿ 100 ਆਪਣੇ ਸੁਨਾਰ ਦੀ ਤੇ 1 ਲੋਹਾਰ ਦੀ, ਅੱਜ ਨਿਊਜ਼ੀਲੈਂਡ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀਆਂ, ਇਟਲੀ ਦੀਆਂ ਪਾਲਿਸੀ, ਜਿੱਥੇ ਵੀ ਮਾਈਗ੍ਰੇਟਸ ਨੂੰ ਹੈਲਪ, ਉਹਨਾਂ ਨੂੰ ਪਛਾੜ ਦਿੱਤਾ। ਇਸ ਟਾਈਮ ਨਿਊਜ਼ੀਲੈਂਡ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀਜ਼ ਹੁਣ ਆਈਆਂ ਮੋਰੇ ਨਾ, ਤੇ ਮੇਰੇ ਖਿਆਲ ਵਿੱਚ ਵਿਨੇ ਹੈਰੀ ਨੂੰ ਲੋਕੀ ਕੁੱਟਦੇ ਪਏ ਆ ਕਿਤੇ ਨਾ ਲੱਭ ਕੇ ਉਹਨੂੰ। ਉਹ ਕਹਿੰਦਾ ਸੀ ਕਿ ਨਿਊਜ਼ੀਲੈਂਡ ਨਾ ਜਾਇਓ। ਮਿੰਟੂ ਸਰਕਾਰੀਆ ਨੇ ਬੜੀ ਵਧੀਆ ਪੋਸਟ ਪਾਈ ਆ, ਤੇ ਮੇਰੇ ਉਹਨਾਂ ਲਈ ਵੀ ਆਪਾਂ ਸੈਡ ਵੀ ਫੀਲ ਕਰਦੇ ਹਾਂ ਕਿ ਜਿਹੜੇ ਵਾਕਿਆ ਇਹ ਕੰਟਰੀ ਛੱਡ ਕੇ ਚਲੇ ਗਏ ਆ। ਚਲੋ, ਜਿਸ ਦੀ ਕਿਸਮਤ ਜਿੱਥੇ ਆਉਣ ਜਾਣਾ ਉਹਦਾ ਉਦਾਂ ਹੀ ਹੋਣਾ। ਤੇ ਆਪਾਂ ਬਰੀਕੀਆਂ ਦੀ ਗੱਲ ਜੀ ਸ਼ੁਰੂ ਕਰੀ, ਜੇ ਆਪਾਂ ਰਾਤੀ ਗੱਲ ਕੀਤੀ ਸੀਗੀ ਕਿ ਇਹਦੇ ਵਿੱਚ ਵਰਕ ਵੀਜ਼ਾ ਹੋਲਡਰ ਦੇ ਨਾਲ ਕੁਝ ਕ੍ਰਿਟੀਕਲ ਪਰਪਸ ਵਿਜ਼ਟਰ ਵੀਜ਼ਾ ਹੋਲਡਰ ਵੀ ਐਲੀਜੀਬਲ ਹੋਣਗੇ ਜੀ। ਤੇ ਦੋ ਚੀਜ਼ਾਂ ਆਪਾਂ ਨੂੰ ਸਮਝਣੀਆਂ ਪੈਣੀਆਂ ਕਿ ਕਿਹੜੇ ਬੰਦੇ ਨੇ ਜਿਹੜੇ ਕ੍ਰਿਟੀਕਲ ਪਰਪਸ ਵਿਜ਼ਟਰ ਵੀਜ਼ਾ ਤੇ ਨਿਊਜ਼ੀਲੈਂਡ ਦੇ ਵਿੱਚ ਐਂਟਰ ਹੋ ਚੁੱਕੇ ਆ। ਸਨੀ ਜੀ, ਮੈਨੂੰ ਨਾ ਕਰਾਤੀ ਜਿੱਥੇ ਆਪਾਂ ਡਿਸਕਸ ਵੀ ਕੀਤਾ ਸੀ, ਮੈਨੂੰ ਜਿੱਥੇ ਮਾੜ ਜੀ ਗੱਲ
ਰੜਕੀ ਸੀਗੀ, ਉਹਦੇ ਵਿੱਚ ਜਦੋਂ ਉਹਨਾਂ ਦੀਆਂ ਜਿਹੜੀਆਂ ਕੰਡੀਸ਼ਨਾਂ ਲਿਖੀਆਂ ਪਈ ਜੀ ਉਹ ਉਹਨੂੰ ਇੱਥੇ 3 ਸਾਲ ਇੱਥੇ ਰਹਿੰਦੇ ਨੂੰ ਹੋ ਜਾਣੇ ਚਾਹੀਦੇ ਆ। ਅੱਗੇ ਜਾ ਹਾਂ ਕੇ ਉਹਨਾਂ ਨੇ ਪੁਆਇੰਟ ਨਹੀਂ ਬਣਾਇਆ ਸੀ, ਜਿਹੜੀ ਅਗਲੀ ਲਾਈਨ ਸ਼ੁਰੂ ਕੀਤੀ ਸੀ ਔਰ ਪਾ ਕੇ ਕੀਤੀ ਸੀਗੀ। ਉਹ ਗੱਲ ਹਾਂਜੀ ਸਪਸ਼ਟ ਕਰ ਦਿਓ ਵੀ ਔਰ ਦਾ ਮਤਲਬ ਹੈਗਾ ਵੀ ਦੋਨਾਂ ਚੋਂ ਕੋਈ ਵੀ ਚੀਜ਼ ਜਾਂ 3-4 ਜਿਹੜੇ ਵੀ ਉੱਥੇ ਆਈਟਮ ਦਿੱਤੀਆਂ ਆ ਉਹਨਾਂ ਦੇ ਵਿੱਚ ਹਾਂਜੀ ਕੋਈ ਵੀ ਆ ਉਹ ਐਲੀਜੀਬਿਲਿਟੀ ਵਾਸਤੇ ਜਿਹੜੀਆਂ ਇਨਫ ਹੋ ਸਕਦੀ ਆ। ਮੈਂ ਬਸਿਆਲਾ ਜੀ, ਮੈਂ ਉਹਨੂੰ ਕਰਕੇ ਨਾ ਆਪਣੇ ਹਾਈਲਾਈਟ ਕਰਕੇ ਆਪਣੇ ਅੱਗੇ ਰੱਖਿਆ ਹੋਇਆ। ਜੀ ਔਰ ਇਮੀਗ੍ਰੇਸ਼ਨ ਦੀ ਜਦੋਂ ਵੀ ਪਾਲਿਸੀਜ਼ ਆਉਂਦੀਆਂ ਉਹਦੇ ਵਿੱਚ ਐਂਡ ਔਰ ਹੁੰਦਾ। ਇਹ ਬੜਾ ਸਮਝਣ ਦਾ ਤਰੀਕਾ ਹੈ, ਨੁਕਤਾ ਆ। ਹੂੰ ਐਂਡ ਦਾ ਮਤਲਬ ਹੁੰਦਾ ਕਿ ਤੁਸੀਂ ਇੱਕ ਦੇ ਨਾਲ ਦੂਜੀ ਇੰਸਟਰਕਸ਼ਨ ਵੀ ਨਾਲ ਮੀਟ ਕਰਨੀ ਆ ਇਕੱਠੀਆਂ। ਜੇ 2 ਐਂਡ ਨੇ ਜਾਂ 3 ਐਂਡ ਨੇ ਤਾਂ ਤਿੰਨੋਂ ਇੰਸਟਰਕਸ਼ਨ ਨੂੰ ਮੀਟ ਕਰੋ ਤਾਂ ਤੁਸੀਂ ਐਲੀਜੀਬਲ ਬਣਦੇ ਆ। ਜਿੱਥੇ ਔਰ ਹੁੰਦਾ ਉਹਨਾਂ ਵਿੱਚ ਹੁੰਦਾ ਕਿ ਇੱਕ ਵੀ ਕੰਡੀਸ਼ਨ ਤੁਸੀਂ ਮੀਟ ਕਰਦੇ ਨਾ ਦੈਨ ਤੁਸੀਂ ਐਲੀਜੀਬਲ ਆ ਆਪਣੀ ਐਪਲੀਕੇਸ਼ਨ ਨੂੰ ਸਬਮਿਟ ਕਰਨ ਦੇ ਲਈ, ਤੇ ਤੁਸੀਂ ਉਸ ਕ੍ਰਾਈਟੇਰੀਆ ਨੂੰ ਮੀਟ ਕਰਦੇ ਆ। ਜਿਹੜੀ ਟਾਈਮ ਪੀਰੀਅਡ ਦੀ ਗੱਲ ਕੀਤੀ ਹੈ ਉਹਨਾਂ ਨੇ ਕਲੀਅਰ ਲਿਖਿਆ ਉਹਦੇ ਵਿੱਚ ਕਿ ਹੈਵ ਅਰਾਈਵਡ ਇਨ ਨਿਊਜ਼ੀਲੈਂਡ ਔਨ ਔਰ ਬਿਫੋਰ 29 ਸਤੰਬਰ 2018 ਤੋਂ ਪਹਿਲਾਂ ਤੁਸੀਂ ਇੱਥੇ ਆਏ ਹੋ, ਤੇ ਇੱਥੇ ਤੁਸੀਂ ਮਿਨੀਮਮ 821 ਦਿਨ 19 ਸਤੰਬਰ 18 ਤੋਂ ਲੈ ਕੇ 29 ਸਤੰਬਰ 2021 ਤੱਕ ਤੁਸੀਂ ਇੱਥੇ ਸਪੈਂਡ। ਦੈਟ ਮੀਨ ਤੁਸੀਂ 1095 ਜਿਹੜੇ ਦਿਨ ਬਣਦੇ ਆ 3 ਸਾਲਾਂ ਦੇ, ਤੇ ਜੇ ਉਹਦੇ ਵਿੱਚੋਂ ਮਿਨੀਮਮ 821 ਦਿਨ ਕੱਢ ਦਈਏ ਭਾਜੀ ਤਾਂ ਫਿਰ 274 ਦਿਨ ਬਣਦੇ ਜਿਹੜੇ ਕਿ 9 ਮਹੀਨੇ। ਜੇ ਅੱਛਾ ਜੀ। ਤੁਸੀਂ ਮਿਨੀਮਮ 9 ਮਹੀਨੇ ਕੰਟਰੀ ਤੋਂ ਬਾਹਰ ਵੀ ਰਹੇ ਆ ਤੇ ਤਾਂ ਵੀ ਤੁਸੀਂ ਐਲੀਜੀਬਿਲਿਟੀ ਕ੍ਰਾਈਟੇਰੀਆ ਨੂੰ ਮੀਟ ਕਰਦੇ ਆ। ਬਟ ਉਹਨਾਂ ਲਈ ਸੈਡ ਥਿੰਗ ਆ ਜਿਹੜੇ 9 ਮਹੀਨਿਆਂ ਤੋਂ ਥੋੜੇ ਦਿਨ ਵੱਧ ਹੋ ਗਏ ਜਾਂ 10 ਮਹੀਨੇ ਹੋ ਗਏ ਜਾਂ 11 ਹੋ ਗਏ, ਬਟ ਉਹਨਾਂ ਲਈ ਵੀ ਇੱਕ ਉਹਨਾਂ ਨੇ ਐਗਜ਼ੈਂਪਸ਼ਨ ਜਿਹੜੀ ਕਿ ਅੱਗੇ ਆਉਣ ਦੀ ਸੰਭਾਵਨਾ ਪੂਰੀ ਹੈਗੀ ਆ ਕਿ ਉਹ ਉਹਨਾਂ ਦੇ ਸਰਕਮਸਟੈਂਸਸ ਕਿਹੋ ਜਿਹੇ ਸੀਗੇ ਕਿ ਇਸ ਕਰਕੇ ਉਸ ਕੰਟਰੀ ਤੋਂ ਬਾਹਰ ਰਹੇ। ਤੇ ਉਹ ਇੱਕ ਅਲੱਗ ਆਪਣੇ ਚੈਪਟਰ ਤੁਸੀਂ ਇੱਕ ਜਿਹੜੀ ਕੰਡੀਸ਼ਨ ਆਲਰੇਡੀ ਦਰਸ਼ਕਾਂ ਨਾਲ ਸਾਂਝੀ ਕਰ ਲਈ ਆ ਕਿ ਜਿਹੜੇ ਟਾਈਮ ਸਪੈਂਡ ਆ 3 ਸਾਲ ਦਾ ਉਹ ਕਿਹੜਾ ਹੈਗਾ। ਸਿੰਪਲ ਆਪਾਂ ਫਿਰ ਰਿਪੀਟ ਕਰਦੇ ਕਿ 3 ਸਾਲਾਂ ਵਿੱਚ 821 ਦਿਨ ਮਿਨੀਮਮ ਆਪਣੇ ਆਪ ਨੂੰ ਕੈਲਕੂਲੇਟ ਕਰ ਲੈਣਾ ਡੇਟਸ ਦੇ ਵਿੱਚ, ਤੇ 9 ਮਹੀਨੇ ਜਿਹੜੇ ਆ ਮਿਨੀਮਮ ਜੇ ਬਾਹਰ ਵੀ ਰਹੇ ਆ ਤਾਂ ਵੀ ਐਲੀਜੀਬਲ ਹੈਗੇ ਨੇ। 9 ਮਹੀਨੇ ਤੋਂ ਬਾਅਦ ਵਾਲੇ ਜਿਹੜੇ ਉਹਨਾਂ ਲਈ ਡਿਫਿਕਲਟੀ ਇਹਦੇ ਵਿੱਚ ਜਿਹੜੇ ਜ਼ਿਆਦਾ ਜਿਨ੍ਹਾਂ ਨੂੰ ਥੋੜਾ ਹਨਾ ਪਿੰਚ ਹੋ ਰਹੀ ਗੱਲ ਜਾਂ ਦੁੱਖ ਗੱਲ ਲੱਗ ਰਿਹਾ ਹੈਗਾ, ਉਹ ਏਦਾਂ ਉਹਨਾਂ ਦੇ 3 ਸਾਲ ਤਾਂ ਉਹਨਾਂ ਨੇ ਪੂਰੇ ਕੀਤੇ ਆ, ਪਰ ਬਦਕਿਸਮਤੀ ਦੇ ਨਾਲ ਉਹ 29 ਸਤੰਬਰ ਨੂੰ ਮਤਲਬ ਬੀਤੇ ਕੱਲ ਉਹ ਨਿਊਜ਼ੀਲੈਂਡ ਦੇ ਵਿੱਚ ਨਹੀਂ ਸਨ ਕਿਉਂਕਿ ਕਰੋਨਾ ਕਰਕੇ ਬਾਹਰ ਅਟਕੇ ਹੋਏ ਆ। ਉਹਨਾਂ ਦੇ ਲਈ ਤੁਹਾਨੂੰ ਕੁਝ ਲੱਗਦਾ ਵੀ ਕੋਈ ਚਾਂਸਸ ਹੈਗੇ ਆ ਵੀ ਉਹ ਚਾਹੇ ਉਹਨਾਂ ਦਾ ਜੇ ਮੈਂਬਰ ਉੱਥੇ ਕੋਈ ਪ੍ਰਿੰਸੀਪਲ ਐਪਲੀਕੈਂਟ ਉਹਨਾਂ ਦਾ ਇੱਥੇ ਹੈਗਾ ਤੇ ਉਹ ਵਿੱਚ ਇਨਕਲੂਡ ਹੋ ਸਕਦੇ ਆ? ਬਿਲਕੁਲ। ਬਹੁਤ ਫਸਟ ਉਹਨਾਂ ਨੇ ਪੈਰਾਗ੍ਰਾਫ ਵਿੱਚ ਐਕਸਪਲੇਨ ਕੀਤਾ ਕਿ ਆਪਾਂ ਵੈਸੇ ਦੱਸ ਨਹੀਂ ਪਾਏ। ਕਹਿੰਦੇ ਕਿ 29 ਸਤੰਬਰ 2021 ਗਵਰਨਮੈਂਟ ਅਨਾਉਂਸਡ a new one of resident visa pathway for some temporary work visa holder currently in New Zealand, those arriving in New Zealand between 30 ਸਤੰਬਰ 21 ਤੋਂ ਲੈ ਕੇ 31 ਜੁਲਾਈ 2022 ਅਗਲੇ ਸਾਲ 31 ਜੁਲਾਈ 2022 ਤੋਂ ਪਹਿਲਾਂ ਜਿਹੜੇ ਕਿ ਕ੍ਰਿਟੀਕਲ ਪਰਪਸ ਵੀਜ਼ੇ ਤੇ ਆਣਗੇ ਔਨ ਲੌਂਗ ਟਰਮ ਕ੍ਰਿਟੀਕਲ ਪਰਪਸ ਵੀਜ਼ਾ ਜਿਨ੍ਹਾਂ ਦਾ 6 ਮਹੀਨਿਆਂ ਤੋਂ ਵੱਧ ਹੋਊਗਾ, ਉਹ ਵੀ may also be eligible for this new visa. That means ਜਿਹੜੇ ਫਸੇ ਹੋਏ ਨੇ ਉਹਨਾਂ ਦੇ EMPLOYER ਉਹਨਾਂ ਨੂੰ ਸਪੋਰਟ ਕਰਦੇ ਆ ਕ੍ਰਿਟੀਕਲ ਪਰਪਸ ਲਈ, ਐਗਜ਼ੈਂਪਸ਼ਨ ਅਪਲਾਈ ਕਰਕੇ ਇਨਵੀਟੇਸ਼ਨ ਤੋਂ ਅਪਲਾਈ ਵਿੱਚ ਆਪਣੀ ਐਪਲੀਕੇਸ਼ਨ ਪਾਉਂਦੇ ਆ, ਸ਼ਾਰਟੇਜ ਹੈਗੀ ਆ ਤੇ ਹਿਊਮੈਨਿਟੇਰੀਅਨ ਗਰਾਊਂਡਸ ਆਪਣੀਆਂ ਬਿਆਨ ਕਰਦੇ ਆ, ਉਹ ਇੱਕ ਅਲੱਗ ਐਪਲੀਕੇਸ਼ਨ ਪ੍ਰੋਸੈਸ ਆ। They may be eligible, which is a very good news ਭਾਜੀ। ਸਨੀ ਜੀ, ਮੈਂ ਆ ਤਾਂ ਕਲੀਅਰ ਹੋ ਗਈ ਗੱਲ ਕ੍ਰਿਟੀਕਲ ਵਾਲੀ। ਜਿਹੜੀ ਮੈਂ ਦੂਸਰੇ ਪਾਸੇ ਥੋੜਾ ਜਿਹਾ ਜ਼ਿਆਦਾ ਕੰਸਰਨ ਸੀਗਾ ਮੇਰਾ, ਜਿੱਦਾਂ ਸਮਝ ਲਓ ਇੱਕ ਪਰਿਵਾਰ ਸੀਗਾ, ਉਹਦੇ ਵਿੱਚੋਂ ਇੱਕ ਬੰਦਾ ਇੰਡੀਆ ਸਟਕ ਹੋਇਆ ਕਰੋਨਾ ਕਰਕੇ, ਤੇ ਹੋ ਸਕਦਾ ਉਹਨਾਂ ਦੇ ਵਿੱਚ ਦੋਨੇ ਸਿਨੈਰੀਓ ਆਪਾਂ ਲੈ ਕੇ ਚੱਲੀਏ। ਇੱਕ ਦਾ ਜਿਹੜਾ ਪ੍ਰਿੰਸੀਪਲ ਐਪਲੀਕੈਂਟ ਆ ਉਹ ਨਿਊਜ਼ੀਲੈਂਡ ਦੇ ਵਿੱਚ ਆ, ਇੱਕ ਦਾ ਜਿਹੜਾ ਪ੍ਰਿੰਸੀਪਲ ਜਿਹੜਾ ਐਪਲੀਕੈਂਟ ਆ ਉਹ ਇੰਡੀਆ 'ਚ ਸਟਕ ਹੋਇਆ ਆ। ਉਹਨਾਂ ਦੇ ਵਿੱਚੋਂ ਮਤਲਬ ਕਿਸ ਤਰ੍ਹਾਂ ਉਹ ਦੋਨਾਂ ਦੀ ਕਿੱਦਾਂ ਐਲੀਜੀਬਿਲਿਟੀ ਬਣਦੀ ਆ, ਉਹਦੇ ਬਾਰੇ ਕੁਝ ਡਿਟੇਲ ਆ ਗਈ ਹੈ ਤੁਹਾਡੇ ਕੋਲ? ਜੀ ਉਹ ਵੀ ਤੁਹਾਨੂੰ ਦੱਸਦਾ। ਜੇ ਤਾਂ ਪ੍ਰਿੰਸੀਪਲ ਐਪਲੀਕੈਂਟ ਸਕਿੱਲ ਮਾਈਗ੍ਰੈਂਟ ਹੈ, ਸੇ ਫੋਰ ਐਗਜ਼ਾਮਪਲ ਹਸਬੈਂਡ ਇੱਥੇ ਸਟੱਡੀ ਕਰਨ ਤੋਂ ਬਾਅਦ ਚ ਜੌਬ ਕਰਕੇ ਇੱਥੇ ਆ ਤੇ ਉਹਦੀ ਵਾਈਫ ਇੰਡੀਆ ਚਲ ਗਈ, ਇੱਕ ਸਿਨਾਰੀਓ ਇਹ ਹੋ ਗਿਆ ਕਿ ਉਹਦੀ ਪਾਰਟਨਰ ਇੰਡੀਆ ਸਟਕ ਆ, ਉਹ ਆਪ ਇੱਥੇ ਹੈ, ਤੇ ਪਰ ਪਾਰਟਨਰਸ਼ਿਪ ਦੇ ਵਿੱਚ ਉਹਨਾਂ ਦੇ 12 ਮੰਥ ਪੀਰੀਅਡ ਜਿਹੜੇ ਆ ਉਹ ਕੰਸੀਡਰ ਹੋਇਆ, ਮਤਲਬ ਕਿ ਪਾਰਟਨਰਸ਼ਿਪ ਦੇ ਵਿੱਚ ਉਹਨਾਂ ਦਾ ਪਾਰਟਨਰ ਇਨਕਲੂਡ ਕੀਤਾ ਜਾ ਸਕਦਾ, ਬੇਸ਼ੱਕ ਉਹ ਇੰਡੀਆ ਵੀ ਆ। ਪਾਰਟਨਰਸ਼ਿਪ ਦੇ ਵਿੱਚ ਵੀਜ਼ਾ ਲੱਗਿਆ, 12 ਮੰਥ ਪੀਰੀਅਡ ਹੈਗਾ, ਤੇ ਉਹ ਇੱਕ ਸਿਨਾਰੀਓ ਕੰਪਲੀਟ ਹੋ ਗਿਆ ਕਿ ਜਿਹੜਾ ਇੱਥੇ ਪ੍ਰਿੰਸੀਪਲ ਐਪਲੀਕੈਂਟ ਹੈ ਉਹ ਅਪਲਾਈ ਕਰੇ ਤਾਂ ਉਹਦਾ ਪਾਰਟਨਰ ਇਨਕਲੂਡ ਹੋ ਜਾਏਗਾ ਐਪਲੀਕੇਸ਼ਨ ਆਫਸ਼ੋਰ ਦੀ। ਠੀਕ ਹੈ। ਸੈਕੰਡ ਸਿਨਾਰੀਓ, ਜੇ ਐਪਲੀਕੈਂਟ ਪ੍ਰਿੰਸੀਪਲ ਐਪਲੀਕੈਂਟ ਇੰਡੀਆ ਆ ਤੇ ਉਹਨਾਂ ਦੇ ਪਾਰਟਨਰ ਇੱਥੇ ਆ ਜਿਹੜੇ ਕਿ ਉਹਨਾਂ ਦੇ ਬੇਸ ਤੇ ਡਿਪੈਂਡੈਂਟ ਵੀਜ਼ਾ ਤੇ ਆਏ ਸੀਗੇ ਤੇ ਉਹ ਨਿਊਜ਼ੀਲੈਂਡ ਦੇ ਵਿੱਚ ਨੇ, ਪਰ ਇਸ ਟਾਈਮ ਜੇ ਉਹਨਾਂ ਕੋਲ ਜਾਂ ਓਪਨ ਵਰਕ ਵੀਜ਼ਾ ਜਾਂ ਕੰਮ ਕਰਦੇ ਨੇ, ਜੇ 3 ਸਾਲ ਉਹਨਾਂ ਦੇ ਇੱਥੇ ਪੂਰੇ ਹੋ ਗਏ ਨੇ ਤੇ 3 ਸਾਲ ਦੇ ਇੱਥੇ ਐਂਟਰ ਉਸ ਪੀਰੀਅਡ ਵਿੱਚ ਹੈਗੇ ਆ, ਤਾਂ
ਉਹ ਡਿਪੈਂਡੈਂਟ ਪਾਰਟਨਰ ਦੀ ਐਲੀਜੀਬਿਲਿਟੀ ਕ੍ਰਾਈਟੇਰੀਆ ਨੂੰ ਮੀਟ ਕਰਦੇ ਆ, ਤੇ ਉਹ ਇੱਥੇ ਐਪਲੀਕੇਸ਼ਨ ਪਾਉਣ ਤੋਂ ਬਾਅਦ ਆਪਣੇ ਜਿਹੜੇ ਪ੍ਰਿੰਸੀਪਲ ਐਪਲੀਕੈਂਟ ਇੰਡੀਆ ਵਿੱਚ ਨੇ ਉਹਨਾਂ ਨੂੰ ਇਨਕਲੂਡ ਕਰ ਸਕਦੇ ਆ। ਮੇਕ ਸੈਂਸ ਭਾਜੀ? ਸੋ ਉਹਦੇ ਵਿੱਚ ਕਿਉਂਕਿ ਉਹਨਾਂ ਨੇ ਇੱਕ ਕੰਡੀਸ਼ਨ ਇਹ ਸੀਗੀ ਵੀ 29 ਸਤੰਬਰ ਨੂੰ ਬੀਤੇ ਕੱਲ ਉਹ ਨਿਊਜ਼ੀਲੈਂਡ 'ਚ ਹੋਣਾ ਚਾਹੀਦਾ ਸੀਗਾ। ਉਹ ਜਿਹੜੀ ਆ ਉਹ ਕਿਸ ਤਰ੍ਹਾਂ ਉਹ ਮੀਟ ਹੋਏਗੀ, ਉਹ ਵਾਲੀ ਕੰਡੀਸ਼ਨ ਨੂੰ ਕਿੱਦਾਂ ਮੀਟ ਕਰਨਗੇ? ਉਹ ਫਸਟ ਪੈਰਾਗ੍ਰਾਫ 'ਚ ਲੈ ਜਾਈਏ ਜੇ ਆਪਾਂ, ਉਹ ਆਪਣੇ ਤੁਸੀਂ ਇਸ ਟਾਈਮ ਜਿਹੜੇ ਪਾਰਟਨਰਸ ਨੇ ਜਾਂ ਕ੍ਰਿਟੀਕਲ ਪਰਪਸ ਦੇ ਵੀਜ਼ੇ ਤੇ ਆਪਣੇ ਐਗਜ਼ੈਂਪਸ਼ਨ ਅਪਲਾਈ ਕਰਦੇ ਰਹੇ, ਉਹਨਾਂ ਨੂੰ ਇਹੀ ਇਨਸਟਰਕਸ਼ਨ ਜਾਂ ਐਡਵਾਈਸ ਹੈਗੀ ਆ ਕਿ ਆਪਣੇ ਪਾਰਟਨਰ ਦੀ ਐਕਸਪ੍ਰੈਸ਼ਨ ਆਫ ਇੰਟਰਸਟ ਜਲਦੀ ਤੋਂ ਜਲਦੀ ਪਾਣ, ਉਹਨਾਂ ਦੀ ਵੀਜ਼ਾ ਐਪਲੀਕੇਸ਼ਨ ਪਾਣ 31 ਜੁਲਾਈ 2022 ਤੋਂ ਪਹਿਲਾਂ ਉਹਨਾਂ ਨੂੰ ਇੱਥੇ ਲੈ ਕੇ ਆਣ, ਦੈਨ ਦੇ ਵਿਲ ਬੀ ਇਨਕਲੂਡਡ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਜਿੱਦਾਂ ਉਹਨਾਂ ਨੇ ਗੱਲ ਕੀਤੀ ਸੀ ਇਮੀਗ੍ਰੇਸ਼ਨ ਨੇ ਪ੍ਰਾਇਮਰੀ ਇੰਡਸਟਰੀ ਦੇ ਵਿੱਚ ਜਿਹੜੀਆਂ ਕਿਹੜੀਆਂ ਕੈਟਾਗਰੀਆਂ ਆਉਂਦੀਆਂ ਆ। ਕਈ ਵਾਰ ਸਾਡਾ ਧਿਆਨ ਏਦਾਂ ਹੁੰਦਾ ਵੀ ਸਿਰਫ ਜਿਹੜੀ ਹੈਲਥ ਵਾਲੇ ਪੱਕੇ ਹੋਣੇ ਆ ਜਾਂ ਫਿਰ ਜਿਹੜੇ ਸ਼ਾਰਟ ਸਕਿਲਡ ਵਿੱਚ ਆਉਂਦੇ ਉਹ ਹੋਣੇ ਆ, ਕਿਉਂਕਿ ਜਿਹੜੀ ਪ੍ਰਾਇਮਰੀ ਇੰਡਸਟਰੀ ਇੱਥੇ ਦੀ ਬਹੁਤ ਵੱਡੀ ਹੈਗੀ ਆ। ਮੈਂ ਰਾਤੀ ਵੀ ਚੈੱਕ ਕਰਦਾ ਸੀਗਾ, ਕੁਛ ਆਪਾਂ ਡਿਪਾਰਟਮੈਂਟ ਲਿਖੇ ਵੀ ਆ ਖਬਰ ਦੇ ਵਿੱਚ। ਤੁਹਾਡੇ ਹਿਸਾਬ ਨਾਲ ਜਿਹੜਾ ਬਹੁਤ ਬੱਚੇ ਜਿਹੜੇ ਆ ਖੇਤਾਂ 'ਚ ਵੀ ਕੰਮ ਕਰਦੇ ਆ, ਹਾਰਟੀਕਲਚਰ 'ਚ ਕੋਰਸ ਵੀ ਕੀਤੇ ਆ, ਚੱਲ ਵੀ ਗਏ ਆ, ਕੀ ਉਹਨਾਂ ਦੇ ਲਈ ਆਸ ਦੀ ਕਿਰਨ ਹੈਗੀ ਇਹਦੇ ਵਿੱਚ? ਕੋਈ ਡੇਅਰੀ ਫਾਰਮਿੰਗ ਹੋਇਆ, ਤੇ ਉਹ ਕਿਹੜੀ ਇੰਡਸਟਰੀ ਜਿਹੜੀ ਆ ਉਹ ਪ੍ਰਾਇਮਰੀ ਇੰਡਸਟਰੀ ਦੇ ਵਿੱਚ ਨਿਊਜ਼ੀਲੈਂਡ ਲਈ ਆਉਂਦੀ ਹੈ? ਬਸੈਲਾ ਜੀ ਤੁਸੀਂ ਰਾਤੀ ਵੈਸੇ ਨਾ ਉਹ ਪੁਆਇੰਟ ਕੱਢ ਕੇ ਨਾ ਤੁਸੀਂ ਸਕਾਰ ਲਿਸਟ ਬੋਲਦੇ ਹੋ ਨਾ, ਜਿਹੜੀ LTSSL ਦੀ ਰਿਕੁਆਇਰਿੰਗ ਆਕੂਪੇਸ਼ਨਲ ਰਜਿਸਟ੍ਰੇਸ਼ਨ ਹੈ, ਉਹ ਵੈਸੇ ਮੈਂ ਪ੍ਰਿੰਟ ਕੱਢ ਕੇ ਰੱਖ ਲਈ ਆਪਣੇ ਕੋਲ, ਤੇ ਤੁਸੀਂ ਉਹਨੂੰ ਕੰਮ ਸੌਖਾ ਕਰਤਾ, ਸਮਝਣਾ ਸੌਖਾ ਹੋ ਜਾਊਗਾ ਕਿ ਕਿਹੜੇ ਐਲੀਜੀਬਲ ਹੈਗੇ ਨੇ। ਦੇਖੋ ਇੱਕ ਨਵੀਂ ਗੱਲ ਤੁਹਾਨੂੰ ਐਡ ਕਰਨਾ ਕਿ ਜਿਨ੍ਹਾਂ ਦੇ 3 ਸਾਲ ਦੇ ਪੂਰੇ ਨਹੀਂ ਹੋਏ ਬਟ ਉਹ ਇਸ ਆਪਣੇ ਸਕਿੱਲ ਮਾਈਗ੍ਰੈਂਟ ਦੇ ਵਿੱਚ ਉਸ ਵੀਜ਼ਾ ਤੇ ਉਹਨਾਂ ਕੋਲ ਪੋਜੀਸ਼ਨ ਹੈਗੀ ਤੇ $27 ਪੇ ਰੇਟ ਹੈ, ਉਹ ਵੀ ਐਲੀਜੀਬਲ ਨੇ। ਅੱਛਾ ਜੀ। 1 ਸਾਲ ਹੋ ਗਿਆ ਜਾਂ 1.5 ਸਾਲ ਹੋ ਗਿਆ ਬਟ ਉਹਨਾਂ ਕੋਲ ਪੋਜੀਸ਼ਨ ਹੈਗੀ ਹੈ, ਦੇ ਆਰ ਆਲਸੋ ਐਲੀਜੀਬਲ। LTSSL ਦੀ ਬਹੁਤ ਵੱਡੀ ਲਿਸਟ ਹੈ ਭਾਜੀ, ਜਿਹੜੀ ਕਿ ਲੌਂਗ ਟਰਮ ਸ਼ਾਰਟ ਸਕਿੱਲ ਆ, ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਅਵੇਲੇਬਲ ਹੈਗੀ ਹੈ। ਉਹਦੇ ਵਿੱਚ ਮੋਸਟਲੀ ਡਿਗਰੀ ਹੋਲਡਰਸ ਹੁੰਦੇ ਨੇ, ਤੇ ਜਿਨ੍ਹਾਂ ਦਾ ਮਿਨੀਮਮ 3 ਸਾਲ ਤੋਂ ਉੱਪਰ ਦੀ ਸਟੱਡੀ ਤੇ 5 ਸਾਲ ਦਾ ਪਲੱਸ ਐਕਸਪੀਰੀਅੰਸ ਹੁੰਦਾ ਜਾਂ ਐਂਡ ਹੁੰਦਾ, ਉਹ LTSSL ਲਿਸਟ ਹੈ। ਮੇਨ ਆਪਾਂ ਜੇ ਆਪਣੇ ਇੰਡਸਟਰੀ ਕਰੀ ਉਹਦੇ ਵਿੱਚ ਆਪਣੇ ਡੀਜ਼ਲ ਮਕੈਨਿਕ, ਇਲੈਕਟ੍ਰੀਸ਼ੀਅਨਸ, ਕੰਸਟਰਕਸ਼ਨ, ਸ਼ੈਫ, ਆਟੋਮੋਟਿਵ ਇਲੈਕਟ੍ਰੀਸ਼ੀਅਨ, ਇੰਜੀਨੀਅਰ ਸਾਈਡ ਜਿਹੜੀ ਹੈਗੀ ਆ ਆਪਣੇ, ਜਾਂ ਜੀਓਟੈਕ ਹੋ ਗਏ, IT ਦੇ ਕਾਫੀ ਪਰਸਨਸ ਹੁੰਦੇ ਨੇ ਭਾਜੀ, ਇਹ ਉਹਨਾਂ ਦੀ ਲਿਸਟ ਹੈਗੀ LTSSL। ਤੇ ਉਸ ਤੋਂ ਬਾਅਦ ਵਿੱਚ ਹੈਗੀ ਕਿ ਰਿਕੁਆਇਰਿੰਗ ਆਕੂਪੇਸ਼ਨਲ ਰਜਿਸਟ੍ਰੇਸ਼ਨ, ਜਿਹਦੇ ਵਿੱਚ ਟੀਚਿੰਗ ਸੈਕਟਰ ਆ ਜਾਂਦਾ, ਅਤੇ ਹੈਲਥ ਸੈਕਟਰ, ਨਰਸਿੰਗ ਆ ਜਾਂਦੀਆਂ, ਡਾਕਟਰਸ ਆ ਜਾਂਦੇ ਨੇ, ਮਿਡਵਾਈਫਸ ਆ ਜਾਂਦੀਆਂ, ਤੇ ਆਪਣੇ ਫਾਰਮਾਸਿਸਟ ਆ ਜਾਂਦੇ ਨੇ ਭਾਜੀ, ਪੈਰਾਡੈਮਿਕ ਆ ਜਾਂਦੇ ਆ, ਪੋਡਿਸਟ, ਸਾਈਕੋਲੋਜਿਸਟ, ਤੇ ਇਹ ਜਿਹੜੇ ਹੈਗੇ ਅਰਲੀ ਚਾਈਲਡਹੁੱਡ ਐਜੂਕੇਸ਼ਨ ਟੀਚਰ ਵੀ ਇਹਦੇ ਵਿੱਚ ਆਉਂਦੇ ਨੇ। ਇਹ ਆਪਣੇ ਆਕੂਪੇਸ਼ਨਲ ਰਜਿਸਟ੍ਰੇਸ਼ਨ ਦੀ ਇੱਕ ਲਿਸਟ ਹੈਗੀ ਆ। ਉਸ ਤੋਂ ਬਾਅਦ ਚ ਪਰਸਨਲ ਕੇਅਰ ਤੇ ਅਦਰ ਕ੍ਰਿਟੀਕਲ ਹੈਲਥ ਵਰਕਰ, ਜਿਹੜੀ ਕਿ ਬਹੁਤ ਤਾਦਾਦ ਦੇ ਵਿੱਚ ਆਪਣੇ ਇੰਡੀਅਨ ਕੁੜੀਆਂ ਤੇ ਇਸ ਟਾਈਮ ਮੁੰਡੇ ਵੀ ਕੰਮ ਕਰਦੇ ਪਏ ਨੇ, ਤੇ ਜਿਹੜੇ ਪਰਸਨਲ ਹੈਲਥ ਕੇਅਰ ਅਸਿਸਟੈਂਟਸ ਨੇ, ਤੇ ਉਹ ਇਮੀਗ੍ਰੇਸ਼ਨ ਵੈਸੇ ਉਹਨਾਂ ਨੂੰ ਪਹਿਲਾਂ ਆਪਣੇ ਇਹਨਾਂ ਨੇ ਲਾਸਟ ਈਅਰ ਇਹ ਆਪਣੇ ਸਕਿੱਲ ਕੈਟਾਗਰੀ 'ਚ ਨਹੀਂ ਸੀਗੇ, ਉਹਨਾਂ ਨੂੰ ਲਿਸਟ ਵਿੱਚ ਲੈ ਦਿੱਤਾ ਸੀਗਾ ਕਿ ਲੈਵਲ 3 'ਚ ਆ ਗਏ ਨੇ। ਉਹਦੇ ਵਿੱਚ ਏਜ ਕੇਅਰ, ਡਿਸਏਬਲ ਕੇਅਰ ਭਾਜੀ, ਨਰਸਿੰਗ, ਸਪੋਰਟ, ਪਰਸਨਲ ਕੇਅਰ ਵਰਕਰਸ, ਸਪੈਸ਼ਲ ਕੇਅਰ ਵਰਕਰ, ਟੈਕਨੀਕਲ ਤੇ ਸਪੋਰਟ ਸਟਾਫ ਵਰਕਿੰਗ ਇਨ ਵੇਰੀਅਸ ਪੋਜੀਸ਼ਨ, ਜਿਹਦੇ ਜਿਵੇਂ ਥੀਏਟਰ, ਲੈਬੋਰਟਰੀ 'ਚ ਉਹਨਾਂ ਦੇ ਅਸਿਸਟੈਂਟਸ ਹੁੰਦੇ ਨੇ, ਵਰਕਰ ਹੂ ਇੰਸਟਾਲ, ਆਪਰੇਟ, ਮੇਨਟੇਨ ਮੈਡੀਕਲ ਇਕਵਿਪਮੈਂਟ, ਉਹ ਵੀ ਹੈਗੇ ਨੇ, ਵਰਕਰ ਡਿਲੀਵਰਿੰਗ ਮੈਂਟਲ ਹੈਲਥ ਐਂਡ ਐਡਿਕਸ਼ਨ ਸਰਵਿਸਿਜ਼, ਏਜ ਕੇਅਰ, ਰੈਸਪਾਇਰ, ਹੋਮ ਕੇਅਰ, ਸਪੋਰਟ, ਚਾਈਲਡ ਹੈਲਥ, ਤੇ ਇਹ ਹੌਸਪਾਈਸ ਕੇਅਰ ਦੇ ਵਿੱਚ ਜਿਹੜੇ ਕੰਮ ਕਰਦੇ ਨੇ, ਫੋਰਸੈਨਿਕ ਹੈਲਥ ਦੇ ਵਿੱਚ ਡਿਸਏਬਿਲਿਟੀ ਸਪੋਰਟ ਵਰਕਰ, ਇਹ ਸਾਰੇ ਇਨਕਲੂਡਡ ਨੇ। ਉਸ ਤੋਂ ਬਾਅਦ ਚ ਪ੍ਰਾਇਮਰੀ ਸੈਕਟਰ ਰੋਲ ਜਿਹੜੇ ਬੇਨ ਇੰਪੋਰਟੈਂਟ, ਜਿਵੇਂ ਤੁਸੀਂ ਗੱਲ ਕੀਤੀ, ਐਗਰੀਕਲਚਰ ਤੇ ਹਾਰਟੀਕਲਚਰ ਚ ਮੋਬਾਈਲ ਪਲਾਂਟ ਆਪਰੇਟਰ, ਐਗਰੀਕਲਚਰ ਕੰਸਲਟੈਂਟ, ਇਹ ਚ ਟੌਪ ਪੋਜੀਸ਼ਨਸ ਆਉਂਦੀਆਂ ਨੇ। ਬਟ ਨਾਲ ਦੇ ਨਾਲ ਜਿਹੜੀਆਂ ਛੋਟੀ ਪੋਜੀਸ਼ਨ ਵਿੱਚ ਜਿੱਦਾਂ ਬੇਕਰ ਹੋ ਗਏ ਆਪਣੇ, ਕਿਉਂਕਿ ਬੇਕਿੰਗ ਇੰਡਸਟਰੀ ਵਿੱਚ ਹੈਗੇ ਆ, ਬੇਕਿੰਗ ਫੈਕਟਰੀ ਵਰਕਰ ਵੀ ਇਨਕਲੂਡਡ ਨੇ। ਅੱਛਾ ਜੀ। ਬੇਕਿੰਗ ਫੈਕਟਰੀ ਵਰਕਰ ਭਾਜੀ, ਇਹਦੇ ਵਿੱਚ ਕਈਆਂ ਕੋਲ ਐਕਸਪੀਰੀਅੰਸ ਨਹੀਂ ਹੁੰਦਾ, ਜਿਵੇਂ ਤੁਸੀਂ ਹੋ ਦੇਖੋ ਕਿ ਕੈਮਿਸਟ ਚਲੋ ਹੈਗੇ, ਡੇਅਰੀ ਫਾਰਮ ਮੈਨੇਜਰ ਇਨਕਲੂਡਡ ਨੇ ਭਾਜੀ, ਡੇਅਰੀ ਕੇਟਲ ਫਾਰਮ ਵਰਕਰ ਇਨਕਲੂਡਡ ਨੇ। ਵੈਰੀ ਗੁੱਡ। ਇਹਦੇ ਵਿੱਚ ਸਨੀ ਜੀ ਇੱਕ ਚੀਜ਼ ਹੈਗੀ ਆ, ਚਾਹੇ ਉਹਦੀ ਜੌਬ ਰੈਲੀਵੈਂਟ ਨਹੀਂ ਸੀਗੀ, ਪਰ ਉਹ ਆਪਣੇ ਰੁਜ਼ਗਾਰ ਵਾਸਤੇ ਜਾਂ ਰੋਟੀ ਪਾਣੀ ਚੱਲਦਾ ਰੱਖਣ ਵਾਸਤੇ ਉਹ ਡੇਅਰੀ ਫਾਰਮਿੰਗ ਦੇ ਵਿੱਚ ਚਲ ਗਿਆ ਫਿਰ ਟੈਂਪਰੇਰੀ, ਕਿਉਂਕਿ ਉਹਨੂੰ ਕੋਰਸ ਤਾਂ ਉਹਨੂੰ IT ਦਾ ਕਰ ਲਿਆ, ਪਰ ਉਹਨੂੰ ਜੌਬ ਨਹੀਂ ਮਿਲੀ ਓਪਨ ਵਰਕ ਵੀਜ਼ੇ ਤੇ, ਹੋਰ, ਤੇ ਉਹ ਵੀ ਐਲੀਜੀਬਲ ਹੋਣਗੇ।
ਜੀ ਉਹ ਵੀ ਐਲੀਜੀਬਲ ਹੋ ਗਏ। ਇਹ ਪਰਮਾਤਮਾ ਕਿ ਇਹਨਾਂ ਨੇ ਇਮੀਗ੍ਰੇਸ਼ਨ ਮਿਨਿਸਟਰ ਕ੍ਰਿਸਟੋਫਰ ਹੋਈ ਨੇ ਵਾਕਿਆ ਉਹਨਾਂ ਲਈ ਆਪਣੇ ਫਰੂਟਫੁਲ ਐਫਰਟ ਜਿਹੜਾ ਕੀਤਾ ਕਿ ਇਸ ਇੰਡਸਟਰੀ 'ਚ ਜਿਹੜੇ ਕੰਮ ਕਰਦੇ ਨੇ ਉਹਨਾਂ ਕੋਲ ਪੋਜੀਸ਼ਨ ਹੈਗੀ ਹੈ। ਉਹਦਾ ਰੀਜ਼ਨ ਮੈਂ ਇਹ ਸਮਝਦਾ ਹਾਂ ਸੰਨੀ ਜੀ, ਕਿਉਂਕਿ ਉਹਨਾਂ ਨੇ ਇਕੱਲਾ ਤੁਹਾਨੂੰ ਜਾਂ ਮਾਈਗ੍ਰੈਂਟ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਜਿਹੜਾ ਉਹਨਾਂ ਦਾ ਪਿੱਛੇ ਮੋਟਿਵ ਹੈਗਾ ਉਹ ਹੈਗਾ ਆ ਸਾਡੇ ਜਿਹੜੇ ਬਿਜ਼ਨਸ ਅਦਾਰੇ ਆ ਉਹ ਫਿਊਚਰ ਦਾ ਪਲਾਨ ਕਰਕੇ ਬੰਦ ਕਰਨ ਦੀ ਕੋਸ਼ਿਸ਼ ਨਾ ਕਰਨ, ਉਹਨਾਂ ਨੂੰ ਚੱਲਦੇ ਰੱਖਣ। ਚੱਲਦੇ ਤਾਂ ਹੀ ਰੱਖਣਗੇ ਜੇ ਉਹਨਾਂ ਦੇ ਜਿਹੜੇ EMPLOYEE ਆ, ਜਿਹੜੇ ਉਹਨਾਂ ਦੇ ਹੁਨਰਮੰਦ EMPLOYEE ਆ, ਚਾਹੇ ਟ੍ਰੇਨਿੰਗ ਦੇ ਕੇ ਹੋਏ ਆ ਚਾਹੇ ਉੱਥੇ ਸਿੱਖ ਕੇ ਹੋਏ ਆ, ਉਹ ਉਹਨਾਂ ਦੇ ਨਾਲ ਅਟੈਚ ਰਹਿਣ। ਤੇ ਇਸੇ ਕਰਕੇ ਜਿਹੜੇ ਆ ਮੈਨੂੰ ਲੱਗਦਾ ਬਹੁਤ ਜ਼ਿਆਦਾ ਕੰਡੀਸ਼ਨ ਆ ਉਹ ਇਹ ਨਹੀਂ ਦੇਖਣਗੇ ਵੀ ਕੰਪਿਊਟਰ ਦੀ ਸਿੱਖਿਆ ਲੈ ਕੇ ਉਹ ਜਦੋਂ ਹੁਣ ਹਾਰਟੀਕਲਚਰ 'ਚ ਚਲ ਗਿਆ ਜਾਂ ਆਪਣੇ ਫੀਲਡ ਦੂਸਰੇ ਜਿੱਦਾਂ ਗਾਵਾਂ ਦੇ ਫਾਰਮ ਹੈਗੇ ਆ, ਡੇਅਰੀ ਫਾਰਮਿੰਗ 'ਚ ਚਲ ਗਿਆ। ਕਾਫੀ ਪੰਜਾਬੀ ਆਪਣੇ ਕੰਮ ਕਰ। ਇੱਕ ਕੁਐਸਚਨ ਹੈ ਇਹਦੇ ਨਾਲ ਰਿਲੇਟਡ, ਮੈਨੂੰ ਦੱਸਿਆ ਜੀ ਤੁਸੀਂ ਬਾਅਦ ਵਿੱਚ ਪੁੱਛ ਲਿਓ, ਜੇ ਮੈਂ ਹੁਣ ਪੁੱਛਣਾ ਹੁਣ ਪੁੱਛ ਲਓ। ਨਹੀਂ ਕਲੀਅਰ ਨਹੀਂ ਕੀਤਾ ਉਹ, ਜਿਵੇਂ ਕਿ ਜਿਹੜਿਆਂ ਨੂੰ ਇਸ ਪਾਥ ਦੇ ਵਿੱਚ ਰੈਜ਼ੀਡੈਂਸੀ ਮਿਲੂਗੀ, ਕਿਉਂਕਿ ਕਾਫੀ EMPLOYERਾਂ ਦੇ ਕੁਐਸਚਨਸ ਹੈਗੇ ਮੈਨੂੰ, EMPLOYEE ਦੇ ਨਾਲ EMPLOYER ਦੇ ਕੁਐਸਚਨਸ ਨੇ ਜਿਹੜੇ ਪੁੱਛਦੇ ਕਿ ਅਸੀਂ ਆਪਣੇ ਕਿਸੇ ਵੀ EMPLOYEE ਨੂੰ ਓਬਵੀਅਸਲੀ ਸਪੋਰਟ ਕਰਦੇ ਜਾਂ ਕੋਈ ਸਾਲ 1.5 ਸਾਲ ਤੋਂ ਉਹਨਾਂ ਕੋਲ ਜੌਬ ਲੈ ਕੇ ਆਇਆ, ਠੀਕ ਹੈ ਜੀ, ਤੇ ਉਹ ਕੰਮ ਕਰਦਾ ਪਿਆ ਤੇ ਨਿਊਜ਼ੀਲੈਂਡ ਵਿੱਚ ਵੈਲਿਡ ਵੀਜ਼ੇ ਤੇ ਆ, ਕਿ EMPLOYER ਨੇ ਕੀ ਫਿਕਰ ਹੈ ਕਿ ਇਸ ਕੈਟਾਗਰੀ ਵਿੱਚ ਉਹ ਕੀ ਰੈਜ਼ੀਡੈਂਸੀ ਲੈਣ ਤੋਂ ਬਾਅਦ ਕਿਤੇ ਤਾਂ ਨਹੀਂ ਕਿ ਸਾਲ 6 ਮਹੀਨੇ ਬਾਅਦ ਛੱਡ ਕੇ ਚਲ ਜਾਣ ਉਹਨਾਂ ਨੂੰ। ਤੇ ਉਹ ਓਬਵੀਅਸਲੀ ਹਰੇਕ ਬੰਦੇ ਦੇ ਕਹਿੰਦੇ ਕਿ ਦੋਨੋਂ ਪਾਸੇ ਆਪਣੇ ਗਿਵ ਐਂਡ ਟੇਕ ਵਾਲਾ ਹਿਸਾਬ ਕਿਤਾਬ ਹੁੰਦਾ। ਤੇ ਕੁਝ EMPLOYERS ਦੇ ਫੋਨ ਹੈ ਕਿ ਉਹ ਆਪਣੇ EMPLOYMENT ਐਗਰੀਮੈਂਟ 'ਚ ਇਹੋ ਜਿਹੇ ਕੰਡੀਸ਼ਨਸ ਵੀ ਕੀ ਲਾ ਸਕਦੇ ਆ ਕਿ ਉਹ ਲੌਂਗ ਟਰਮ ਉਹਨਾਂ ਨਾਲ ਕਮਿਟਡ ਰਹਿਣ। ਲੀਗਲੀ ਰੀਸਟ੍ਰੇਨ ਕਲੋਜ਼ ਔਰ EMPLOYMENT ਬਾਈਂਡਿੰਗ ਜਿਹੜੀਆਂ ਕੰਟਰੈਕਟਸ ਹੁੰਦੇ ਆ ਉਹ ਲਾਅਫੁਲ ਨਹੀਂ ਹੈਗੇ ਇਸ ਕੰਟਰੀ ਦੇ ਵਿੱਚ, ਕਿਉਂਕਿ ਇੱਥੇ ਫਰੀडम ਹੈ ਕਿ ਹਰੇਕ ਬੰਦੇ ਨੂੰ ਆਪਣਾ EMPLOYMENT ਚੇਂਜ ਕਰਨ ਦਾ। ਬਟ ਕਿਉਂਕਿ ਇਹ ਟੈਂਪਰੇਰੀ ਐਪਲੀਕੇਸ਼ਨਸ ਨੇ ਜਾਂ ਉਹਨਾਂ ਨੂੰ ਆਪਣੇ ਟੈਂਪਰੇਰੀ ਰੈਜ਼ੀਡੈਂਸ 2 ਸਾਲ ਜਿਵੇਂ ਕਿ ਇੰਡੈਫੀਨਿਟ ਨਹੀਂ ਹੁੰਦੀ, ਉਸ ਪਾਥ ਦੇ ਵਿੱਚੋਂ ਨਿਕਲਣਾ ਪੈਣਾ। ਸ਼ਾਇਦ ਇਸ ਦੇ ਉੱਪਰ ਬਾਅਦ ਵਿੱਚ ਜ਼ਰੂਰ ਵਿਚਾਰ ਚਰਚਾ ਆਪਾਂ ਕਰਾਂਗੇ ਜਦੋਂ ਇਮੀਗ੍ਰੇਸ਼ਨ ਦੇ ਕੋਲੋਂ, ਕਿਉਂਕਿ ਕੁਐਸਚਨ ਜਿਹੜੇ ਹੈਗੇ ਆ ਆਲਰੇਡੀ ਉਹਨਾਂ ਦੀ ਵੈਬਸਾਈਟ ਤੇ ਚੜ ਚੁੱਕੇ ਆ EMPLOYER ਪਰਸਪੈਕਟਿਵ ਤੋਂ ਵੀ, ਤੇ ਇਹ ਇੱਕ ਮੇਨ ਕੁਐਸਚਨ ਰਹੇਗਾ EMPLOYERS ਦੇ ਲਈ, ਜਿਹਨੂੰ ਕਿ ਆਪਾਂ ਮੇਰੇ ਖਿਆਲ ਦੇ ਵਿੱਚ ਬਾਅਦ ਵਿੱਚ EMPLOYER ਦੀ ਵੀ ਹੈਲਪ ਕਰਨੀ ਬਣਦੀ ਹੈ ਔਰ ਕਰਾਂਗੇ ਆਪਾਂ ਉਹਦੇ ਵਿੱਚ। ਤਾਂ ਮੈਨੂੰ ਲੱਗਦਾ ਸੰਨੀ ਜਿਹੜੇ ਇਸ ਵੇਲੇ ਐਗਜ਼ਿਸਟਿੰਗ ਜਿਹੜੇ EMPLOYMENT ਕੰਟਰੈਕਟ ਆ ਉਹ ਵੈਲਿਡ ਰਹਿਣਗੇ, ਕਿਉਂਕਿ ਇਨ ਫਿਊਚਰ ਮੇ ਵੀ ਉਹ ਚੇਂਜਸ ਆ ਉਹ ਦੋਨੋਂ ਪਾਰਟੀਆਂ ਜੇ ਐਗਰੀ ਕਰਨਗੀਆਂ ਤਾਂ ਮੇਰੇ ਹਿਸਾਬ ਨਾਲ ਕਿਤੇ ਉਹ ਅਮਲ ਦੇ ਵਿੱਚ ਆ ਸਕਦੇ ਆ। ਤੁਹਾਡਾ ਕਹਿਣ ਦਾ ਇਸ਼ਾਰਾ ਮੈਂ ਸਮਝ ਗਿਆ, ਕਿਉਂਕਿ ਇਹ ਨਾ ਹੋਵੇ ਵੀ ਅੱਜ ਮੇਰੇ PR ਲੱਗੇ ਤੇ ਮੈਂ ਫਿਰ ਜਦੋਂ ਸਵੇਰੇ ਜੀ ਕੰਮ ਤੇ ਨਹੀਂ ਆ ਰਿਹਾ, ਮੈਨੂੰ ਕੋਈ ਆਫਰ ਮਿਲ ਗਈ ਹਨਾ, ਪਰ ਉਹਦੇ ਵਾਸਤੇ ਜੋ ਉਹਦੇ EMPLOYMENT ਕੰਟਰੈਕਟ ਦੇ ਵਿੱਚ ਜਿੰਨੇ ਦਿਨਾਂ ਦਾ ਨੋਟਿਸ ਦੇਣਾ ਹੋਊਗਾ ਉਹ ਤਾਂ ਜ਼ਰੂਰ ਲਿਖਿਆ ਹੋਊਗਾ। ਸੋ ਆਉਣ ਵਾਲੇ ਸਮੇਂ ਜੇ ਕੰਟਰੈਕਟ ਚੇਂਜ ਹੁੰਦਾ, ਕਈ ਕੰਪਨੀਆਂ ਜਿਹੜੀਆਂ ਕੰਟਰੈਕਟ ਚੇਂਜ ਵੀ ਕਰਦੀਆਂ ਆ ਤੇ ਉਹਦੇ ਵਿੱਚ ਜਿਹੜੀਆਂ ਕੰਡੀਸ਼ਨ ਆ ਉਹ ਵੇਰੀ ਹੋ ਸਕਦੀਆਂ, ਕਿਉਂਕਿ ਦੋਨਾਂ ਪਾਸਿਆਂ ਦੀ ਐਗਰੀਮੈਂਟ ਹੋਣਾ। ਸੋ ਆਉਣ ਵਾਲਾ ਪਰਸਪੈਕਟਿਵ ਰੱਖਣਾ ਵੀ ਪੈਣਾ। ਪਰ ਮੇਰੀ ਤਾਂ ਇਹੀ ਜੋੜ ਕੇ ਹੱਥ ਬੇਨਤੀ ਹੈ ਕਿ ਜੇ ਕਿਸੇ ਨਾਲ ਕੋਈ ਲੋਇਲ ਰਿਹਾ ਇਸ ਕੰਟਰੀ 'ਚ ਕਿਸੇ EMPLOYER ਦੇ ਨਾਲ ਜਾਂ EMPLOYEE ਤੇ EMPLOYER ਦਾ ਵਧੀਆ ਰਿਲੇਸ਼ਨਸ਼ਿਪ ਰਿਹਾ ਹੈਗਾ, ਉਸ ਰਿਲੇਸ਼ਨਸ਼ਿਪ ਨੂੰ ਕੈਰੀ, ਕਿਉਂਕਿ ਇਹਦੇ ਵਿੱਚ ਇੱਕ ਉਹ ਵੀ ਲਿਸਟ ਹੈਗੀ ਕਿ ਜਿਹੜੇ ਆਪਣੇ EMPLOYMENT ਦੇ ਨਾਲ ਵਾਇਓਲੇਟ ਹੋਏ ਨੇ ਜਾਂ ਉਹਨਾਂ ਨੂੰ ਵਿਕਟਮ ਵੀਜ਼ੇ ਮਿਲੇ ਨੇ, ਉਹ ਵੀ ਇਸ ਕੈਟਾਗਰੀ ਵਿੱਚ ਐਲੀਜੀਬਲ ਹੈਗੇ ਰੈਜ਼ੀਡੈਂਸੀ ਅਪਲਾਈ ਕਰਨ ਦੇ ਲਈ। ਜੀ ਜੀ ਬਿਲਕੁਲ ਸਨੀ ਜੀ, ਇੱਕ ਹੋਰ ਦੱਸਿਓ, ਜਿਵੇਂ 1,65,000 ਦੀ ਗਿਣਤੀ ਉਹਨਾਂ ਨੇ ਦੱਸਿਆ, ਉਹਦੇ ਵਿੱਚ ਉਹਨਾਂ ਨੇ ਜਿੱਦਾਂ ਕਿਹਾ ਵੀ 1 ਸਾਲ ਦੇ ਵਿੱਚ ਉਹਨਾਂ ਨੇ ਵੀਜ਼ੇ ਦੇਣੇ ਆ। ਜੇ ਮੋਟਾ ਹਿਸਾਬ ਲਾਈਏ ਤਾਂ 52 ਹਫ਼ਤੇ ਹੁੰਦੇ, 52 ਦੇ ਵਿੱਚੋਂ 5 ਦਿਨ ਉਹਨਾਂ ਨੇ ਕੰਮ ਕਰਨਾ ਤੇ 10 ਛੁੱਟੀਆਂ ਕੱਟਦੀ ਹੈ, 250 ਦਿਨ ਬਣਦਾ। ਤੇ ਇੱਕ ਦਿਨ ਦੇ ਵਿੱਚ 660 ਦੇ ਕਰੀਬ ਜਿਹੜੀ ਐਵਰੇਜ ਆਉਂਦੀ ਆ, ਤਾਂ 660 ਜੇ ਡਿਸੀਜਨ ਐਵਰੀ ਡੇ ਕਰੂਗੇ ਤਾਂ ਜਾ ਕੇ 1,65,000 ਜਿਹੜਾ ਪੂਰਾ ਹੋਣਾ। ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ 1 ਸਾਲ ਦੇ ਵਿੱਚ ਸਾਰਾ ਸਿਮਟ ਜਾਊਗਾ ਜਾਂ ਇਹਨੂੰ ਕਿਸ ਤਰ੍ਹਾਂ 2 ਗੇੜਾਂ ਦੇ ਵਿੱਚ ਰੱਖਿਆ ਗਿਆ? ਕਿਉਂਕਿ ਇਹਨਾਂ ਨੇ ਸਰਕਾਰ ਨੇ 2 ਗੇੜ ਜਿਹੜੇ ਕੀਤੇ ਆ, ਤੇ ਕਿਉਂਕਿ ਹੈ ਵੀ 1 ਆਫ ਆ ਇਹ, ਕਿਉਂਕਿ ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਵੀ ਇਹ ਪੁਰਾਣੇ ਤਜਰਬੇ ਦੇ ਉੱਤੋਂ ਇੰਨੀ ਜਲਦੀ ਇਹ ਫੈਸਲਾ ਲੈ ਲੈਣਗੇ? ਦੇਖੋ ਕੁਐਸਚਨ ਤਾਂ ਬਹੁਤ ਇੰਪੋਰਟੈਂਟ ਹੈ, ਵੈਸੇ ਤੇ ਅਸੀਂ ਆਲਰੇਡੀ ਡਿਸਕਸ਼ਨ ਕੀਤੀ ਆਪਣੇ ਸਟਾਫ ਦੇ ਨਾਲ ਕਿ 1 ਸਾਲ ਦੇ ਵਿੱਚ ਇੰਨੇ ਵੀਜ਼ੇ ਦੇ ਸਕਣਗੇ। ਮੈਨਕੋ ਦੇ ਵਿੱਚ ਇਹਨਾਂ ਦਾ ਮੇਨ ਹੱਬ ਆ ਇਮੀਗ੍ਰੇਸ਼ਨ ਦਾ, ਪਰ ਜਿਸ ਹਿਸਾਬ ਦੇ ਨਾਲ ਆਪਾਂ ਇਹ ਡਿਸਕਸ਼ਨਸ ਹੋ ਰਹੀਆਂ ਜਾਂ ਪੁਆਇੰਟਸ ਉਹਨਾਂ ਨੇ ਪਾਲਿਸੀ ਕੱਢਤੀ ਹੈ, ਮੈਨੂੰ ਤਾਂ ਇਹ ਲੱਗਦਾ ਕਿ ਇੱਕ ਕੇਸ ਆਫਸਰ ਜਿਹੜਾ ਹੈਗਾ ਉਹ 10-10 ਡਿਸੀਜਨ ਇੱਕ ਦਿਨ 'ਚ ਕਰਨ ਵਾਲਾ ਹੈ। ਤੇ ਮੋਸਟਲੀ ਬਹੁਤੇ ਲੋਕਾਂ ਦੀ ਪੰਜਾਬੀ ਕਹੇ ਕਿ ਇਹ ਆਪਣੇ ਨਿਊਜ਼ੀਲੈਂਡ 'ਚ ਲੋਟੋ ਹੁੰਦੀ ਨਾ, ਇਹ ਲੋਟੋ ਨਿਕਲਣ ਵਾਲਾ ਹਿਸਾਬ ਆ ਕਿ ਜਿਨ੍ਹਾਂ ਦੀ ਐਪਲੀਕੇਸ਼ਨ ਚੱਲ ਗਈ ਤੇ ਕਰੈਕਟਰ ਤੇ ਹੈਲਥ ਕ੍ਰਾਈਟੇਰੀਆ ਮੀਟ ਕਰਦੇ ਆ, ਬਾਕੀ ਸ਼ਾਇਦ ਉਹਨੀ ਇੰਸਟਰਕਸ਼ਨ ਵਿੱਚੋਂ ਨਹੀਂ ਜਾਣਾ ਪਊਗਾ ਉਹਨਾਂ ਨੂੰ ਤੇ ਉਹਨਾਂ ਨੂੰ ਜਲਦੀ ਰੈਜ਼ੀਡੈਂਸ ਵੀਜ਼ਾ ਦਿੱਤਾ ਜਾਊਗਾ, ਤੇ ਵਿਚ ਇਜ਼ ਵੈਰੀ ਗੁੱਡ ਥਿੰਗ। ਮੈਨੂੰ ਸਨੀ ਜੀ ਇੱਦਾਂ ਲੱਗਦਾ ਜਿਵੇਂ ਇਹਨਾਂ ਨੇ
ਜਿਹੜਾ MIQ ਦਾ ਵਰਚੁਅਲ ਬਣਾਇਆ ਸੀਗਾ ਨਾ, ਸਿਸਟਮ ਬਣਾਇਆ ਵੀ ਲੌਬੀ 'ਚ ਐਂਟਰ ਕਰ ਜਾਓ ਤੇ ਲੱਕੀ ਲੁੱਟੋ, ਤੇ ਸ਼ਾਇਦ ਇਦਾਂ ਦਾ ਕਰਨਗੇ ਫਿਰ ਤਾਂ ਕੰਪਿਊਟਰ ਨੇ ਜ਼ਿਆਦਾ, ਕੰਪਿਊਟਰ ਮਹਾਰਾਜ ਦੀ ਜਿਹੜੀ ਕਿਰਪਾ ਹੋ ਜੂਗੀ ਜਲਦੀ ਜਲਦੀ, ਕਿਸੇ ਤੇ ਵੀ ਹੋ ਸਕਦੀ ਨਹੀਂ ਇਦਾਂ ਨਹੀਂ ਬਸਿਆ ਜੀ, ਕੰਪਿਊਟਰ ਮਾਰੇ ਦੀ ਕਿਰਪਾ ਤਾਂ ਨਹੀਂ, ਪਰ ਦੇਖੋ ਇਹ ਕਿਉਂਕਿ ਐਰਰ ਹੋ ਸਕਦੀ, ਡਾਕੂਮੈਂਟੇਸ਼ਨਸ ਐਪਲੀਕੇਸ਼ਨਸ ਹੈਗੀਆਂ ਇਹਨਾਂ ਦਾ ਜਿਹੜਾ ਆਪਣੇ ਇਹਨਾਂ ਨੇ ਕਾਫੀ ਸੌਫਟਵੇਅਰ ਦੇ ਉੱਪਰ ਇਨਵੈਸਟਮੈਂਟ ਕੀਤੀ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ, ਮੇਰੇ ਖਿਆਲ ਚ ਮਿਲੀਅਨਸ ਦੇ ਡਾਲਰ ਦੇ ਹਿਸਾਬ ਨਾਲ ਸੌਫਟਵੇਅਰ ਦੇ ਉੱਪਰ ਇਨਵੈਸਟਮੈਂਟ ਹੋਈ ਹੈ, ਔਰ ਮੈਨਕੋ ਦੇ ਵਿੱਚ ਬਹੁਤ ਵੱਡਾ ਹੱਬ ਹੈ ਇਹਨਾਂ ਦਾ। ਤੇ ਬੇਸ਼ੱਕ ਕੰਪਿਊਟਰ ਜੋ ਮਰਜ਼ੀ ਕਰਦਾ ਹੋਵੇ, ਜਦ ਤੱਕ ਉਹਨੂੰ ਆਪਣੇ ਇੱਕ ਪਰਸਨ ਦੀ ਅੱਖ ਵਿੱਚੋਂ ਨਹੀਂ ਉਹ ਡਾਕੂਮੈਂਟੇਸ਼ਨਸ ਨਿਕਲਦੀਆਂ। ਅੱਜ ਕੱਲ ਤਾਂ ਸਕੈਨਿੰਗ PDF ਡਾਕੂਮੈਂਟ ਵੀ ਜੇ ਫਾਲਸ ਨੇ ਜਾਂ ਫੇਕ ਨੇ ਤੇ ਉਹਨਾਂ ਨੂੰ ਵੀ ਪਛਾਣਿਆ ਜਾਂਦਾ। ਇਦਾਂ ਦੀ ਗੱਲ ਨਹੀਂ ਹੈਗਾ ਕਿ ਤੁਸੀਂ ਕੁਝ ਵੀ ਅਪਲੋਡ ਕਰਦੇ ਹੋ, ਡਾਊਨਲੋਡ ਕਰਦੇ ਹੋ ਤੇ ਉਹਨਾਂ ਤੱਕ ਇਨਫੋਰਮੇਸ਼ਨ ਚਲੇ ਜਾਏਗੀ। ਤੇ ਮੇਰਾ ਇਹ ਮੰਨਣਾ ਹੈਗਾ ਕਿ ਓਬਵੀਅਸਲੀ ਇੱਕ ਪਰਸਨ, ਫਿਜ਼ੀਕਲ ਪਰਸਨ ਬੈਠਾ ਹੋਏਗਾ ਜ਼ਰੂਰ ਕਿ ਜਿਹਦੀ ਅੱਖ ਵਿੱਚੋਂ ਸਾਰਾ ਕੁਝ ਨਿਕਲੇਗਾ। ਕੰਪਿਊਟਰ ਸਿੱਧਾ ਰੈਜ਼ੀਡੈਂਸ, ਜਿੱਦਾਂ ਤੁਸੀਂ ਸਟੈਂਪ ਲਾਈ ਹੋ ਨਾ, ਉਦਾਂ ਨਹੀਂ ਚੱਕ ਕੇ ਸਟੈਂਪ ਲਾਊਗਾ। ਇਨਸਾਨ ਦੀ ਇਨਵੋਲਵਮੈਂਟ, ਤੁਸੀਂ ਅਪਲਾਈ ਕਰ ਸਕਦੇ ਜੋਬ, ਵੈਸੇ ਤੁਸੀਂ ਐਲੀਜੀਬਲ ਹੈ ਇਮੀਗ੍ਰੇਸ਼ਨ ਅਫਸਰ ਬਣਨ ਲਈ, ਜੇ ਤੁਸੀਂ ਜੋਬ ਵੈਸਟ ਅਪਲਾਈ ਕਰੋਗੇ ਤੁਹਾਨੂੰ ਮਿਲ ਵੀ ਜਾਣੀ ਹੈ। ਅੱਛਾ ਸਨੀ ਜੀ, ਇੱਕ ਹੋਰ ਦੱਸਿਓ, ਜਿਵੇਂ ਉਹਨਾਂ ਨੇ ਆਨਲਾਈਨ ਚੈੱਕਰ ਬਣਾਤਾ, ਐਲੀਜੀਬਿਲਟੀ ਚੈੱਕਰ ਬਣਾਤਾ, ਪਰ ਬਹੁਤ ਸਾਰੇ ਇਦਾਂ ਦੇ ਜਿਹੜੇ ਆ ਪਰਿਵਾਰ ਵੀ ਹੋਣਗੇ ਜਾਂ ਕੁਝ ਹੋਣਗੇ ਜਿਹੜੇ ਬਹੁਤ ਜ਼ਿਆਦਾ ਫਰੈਂਡਲੀ ਨਹੀਂ ਹੁੰਦੇ, ਜਿੱਦਾਂ ਅਪਲਾਈ ਕਰਨ ਦੇ ਵਾਸਤੇ ਆਨਲਾਈਨ ਦੇ ਉੱਤੇ ਤੁਸੀਂ, ਕਿਉਂਕਿ ਦਫ਼ਤਰ ਜਿਹੜਾ ਖੋਲਿਆ ਹੋਇਆ ਇਮੀਗ੍ਰੇਸ਼ਨ ਨੂੰ ਪਤਾ ਆ ਵੀ ਸਾਰਾ ਬੰਦੇ ਜਿਹੜੇ ਆ ਆਪਣੇ ਆਪ ਖੁਦ ਨਹੀਂ ਕਰ ਸਕਦੇ, ਕੋਈ ਸਕੈਨ ਕਰਨਾ ਹੁੰਦਾ, ਕੋਈ ਡਾਕੂਮੈਂਟ PDF ਬਣਾਉਣੀ ਆ, ਕਿਸੇ ਨੂੰ ਫੋਟੋ ਸਾਈਜ਼ ਬਣਾਉਣਾ ਆ, ਤੇ ਤੁਹਾਨੂੰ ਮਤਲਬ ਕਿਸ ਤਰ੍ਹਾਂ ਦਾ ਜਿਹੜਾ ਇਮੀਗ੍ਰੇਸ਼ਨ ਜਿਹੜਾ ਆਫਿਸਰ ਹੈਗੇ, ਆਪਣੇ ਸਲਾਹਕਾਰ ਹੈਗੇ ਨੇ, ਤੁਹਾਡਾ ਵੀ ਇਹਦੇ ਨਾਲ ਜਿਹੜਾ ਕੰਮ ਆ, ਮੈਨੂੰ ਲੱਗਦਾ ਕਾਫੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਧੂਗਾ। ਤੇ ਕਿਸ ਤਰ੍ਹਾਂ ਦਾ ਜਿਹੜੀ ਤਿਆਰੀਆਂ ਜਿੱਦਾਂ ਸਾਰੇ ਇਮੀਗ੍ਰੇਸ਼ਨ ਜਿਹੜੇ ਐਡਵਾਈਜ਼ਰ ਆ ਉਹ ਕਰ ਰਹੇ ਇਹਨਾਂ ਦਿਨਾਂ ਦੇ ਵਿੱਚ? ਮੇਰੇ ਖਿਆਲ ਦੇ ਵਿੱਚ ਦੇਖੋ, ਮੈਂ ਆਪਣੇ ਪਰਸਪੈਕਟਿਵ ਤੋਂ, ਕਿਉਂਕਿ ਮੈਂ ਵੀ, ਮੇਰੀ ਸੋਚ ਵੀ ਉਸ ਤਰੀਕੇ ਨਾਲ, ਕਿਉਂਕਿ ਇਨਵੋਲਵ ਹੈ, ਇੰਗੇਜ ਹੈ, 11 ਸਾਲ ਤੋਂ ਇਸ ਇੰਡਸਟਰੀ ਵਿੱਚ ਹੈਗੇ ਆ। ਤੇ ਜਿਹੜਾ ਆਉਣ ਵਾਲਾ ਸਮਾਂ ਫਿਊਚਰ, ਉਹ ਲੱਗਦਾ ਇਦਾਂ ਰਿਹਾ ਕਿ ਓਬਵੀਅਸਲੀ ਕਾਫੀ ਪਰਸਨ ਜਿਹੜੇ ਹੈਗੇ ਐਡਵਾਈਜ਼ਰ ਦੀ ਹੈਲਪ ਲੈਣੀ ਪਸੰਦ ਕਰਦੇ ਆ ਕਿ ਕੋਈ ਡਾਕੂਮੈਂਟੇਸ਼ਨ ਕੱਲਾ ਕੰਪਿਊਟਰ ਤੇ ਅਪਲੋਡ ਜਾਂ ਡਾਊਨਲੋਡ ਕਰ ਦੇਣਾ, ਐਪਲੀਕੇਸ਼ਨ ਨਹੀਂ ਜਾਂਦੀ। ਤੇ ਇਹ ਨਹੀਂ ਹੈਗਾ ਕਿ ਸਿੱਧੀ ਐਪਲੀਕੇਸ਼ਨ ਹੀ ਸਿੱਧੀ ਤੁਸੀਂ ਅਪਲੋਡ ਜਾਂ ਡਾਊਨਲੋਡ ਕਰ ਸਕਦੇ ਆ। ਕਾਫੀ ਫੈਕਟਰਸ ਹੁੰਦੇ ਜਿੱਥੇ ਤੁਹਾਡੇ ਕਈਆਂ ਦੇ ਆਪਣੇ ਕਈ ਐਪਲੀਕੈਂਟਸ ਨੂੰ ਆਪਣੇ ਡਿਟੇਲਸ ਜਿਹੜੀ ਇਨਫੋਰਮੇਸ਼ਨ ਆ ਉਹ ਇੱਕ ਡਿਫਰੈਂਟ ਪਾਈਪਲਾਈਨ ਥਰੂ ਜਾਣੀ ਪੈਂਦੀ ਹੈ, ਜਾਂ ਆਫਿਸਰ ਉਸ ਤੋਂ ਬਾਅਦ ਈਮੇਲ ਕਰਕੇ ਕੋਈ PPA ਲੈਟਰ ਕੰਸਰਨ ਭੇਜ ਦਿੰਦੇ ਨੇ, ਉਹਨਾਂ ਦੀ ਫਿਰ ਐਕਸਪਲੇਨੇਸ਼ਨ ਦੇਣੀ ਹੁੰਦੀ ਆ। ਉਹਦੇ ਵਿੱਚ ਆਬਵੀਅਸਲੀ ਤੁਹਾਨੂੰ ਐਕਸਪਰਟ ਜਾਂ ਐਡਵਾਈਜ਼ਰ ਦੀ ਲੋੜ ਪੈਂਦੀ ਹੈ। ਤੇ ਆਬਵੀਅਸਲੀ ਐਡਵਾਈਜ਼ਰ ਕਾਫੀ ਇੰਗੇਜ ਰਹਿਣਗੇ ਤੇ ਬਿਜ਼ੀ ਰਹਿਣਗੇ। ਬਾਕੀ ਜਿਹੜੇ ਕੈਪੇਬਲ ਨੇ ਜਾਂ IT ਦੇ ਨਾਲ ਉਹਨਾਂ ਦਾ ਹੱਥ ਕਾਫੀ ਵਧੀਆ ਆ, ਤੇ ਜਿਹੜੇ ਕੰਪਿਊਟਰ ਦੀ ਨੌਲੇਜ ਵੀ ਰੱਖਦੇ ਨੇ, ਡਾਕੂਮੈਂਟੇਸ਼ਨ ਚੰਗੀ ਤਰ੍ਹਾਂ ਸਮਝਦੇ ਨੇ, ਆਪਣੇ ਆਪ ਵੀ ਐਪਲੀਕੇਸ਼ਨ ਪਾਣੀ ਚਾਹੁੰਦੇ ਨੇ, ਤੇ ਉਹਨਾਂ ਲਈ ਆਬਵੀਅਸਲੀ ਚੈਨਲਾਈਜ਼ ਕੀਤਾ ਇਹਨਾਂ ਨੇ ਸਿਸਟਮ ਵਧੀਆ, ਤੇ ਉਹ ਕਰ ਸਕਦੇ। ਬਟ ਮੇਰੀ ਇੱਕ ਜ਼ਰੂਰ ਇਨਸਟਰਕਸ਼ਨਸ ਹੈਗੀਆਂ, ਬਾਕੀ ਕਰਨਾ ਹਰੇਕ ਨੇ ਆਪਣੀ ਮਰਜ਼ੀ ਹੈ। ਅਨਲਾਇਸੈਂਸਡ ਐਡਵਾਈਜ਼ਰ ਜਾਂ ਏਜੰਟ, ਤੇ ਜਿਵੇਂ ਤੁਸੀਂ ਬਹੁਤ ਵਧੀਆ, ਮੈਂ ਤੁਹਾਡੀ ਹਮੇਸ਼ਾ ਤਾਰੀਫ ਕਰਦਾ ਕਿ ਤੁਸੀਂ ਇਮੀਗ੍ਰੇਸ਼ਨ ਦੀ ਕੋਈ ਜਾਂ ਟੈਕਨੀਕਲ ਗੱਲ ਵੀ ਕਰਦੇ ਆ ਤਾਂ ਤੁਸੀਂ ਐਡਵਾਈਜ਼ਰ ਦੀ ਹੈਲਪ ਜਾਂ ਉਹਦੇ ਨਾਲ ਸਲਾਹ ਨਾਲ ਕਰਦੇ ਆ, ਵਿਚ ਇਜ਼ ਵੈਰੀ ਗੁੱਡ ਥਿੰਗ। ਕਿਉਂਕਿ ਕਈ ਪਰਸਨ ਜਿਹੜੇ ਹੈਗੇ ਤੁਹਾਨੂੰ ਐਡਵਾਈਜ਼ ਸੋਸ਼ਲ ਮੀਡੀਆ ਥਰੂ ਕਰ ਦਿੰਦੇ ਨੇ, ਤੇ ਜਾਂ ਫਿਰ ਆਪਣੇ ਤੁਹਾਡੇ ਚੈਨਲ ਥਰੂ ਹੋ ਜਾਂਦਾ, ਵਿਚ ਇਜ਼ ਕ੍ਰਿਟੀਕਲ ਅਫੈਂਸ। ਤੇ ਕੋਈ ਪਤਾ ਨਹੀਂ ਹੁੰਦਾ ਕਿ ਤੁਹਾਡੀ ਕੱਲ ਕੋਈ, ਕਿ ਅੱਜ ਸਮਾਂ ਇਦਾਂ ਦਾ ਨਹੀਂ ਹੈਗਾ ਕਿ ਕਿਹੜਾ ਬੰਦਾ ਤੁਹਾਡੀ ਉਸ ਗੱਲ ਨੂੰ ਆਪਣੇ ਐਡਿਟ ਕਰਕੇ ਜਾਂ ਕਿਸੇ ਹੋਰ ਰੂਪ ਦੇ ਨਾਲ ਆਪਣੇ ਕੰਪਲੇਂਟ ਡਿਪਾਰਟਮੈਂਟ 'ਚ ਭੇਜ ਦੇਵੇ। ਆਬਵੀਅਸਲੀ ਟਾਈਮ ਤਾਂ ਖਰਾਬ ਹੁੰਦਾ ਹੀ ਹੁੰਦਾ। ਤੇ ਇਨਸਟਰਕਸ਼ਨ ਨੂੰ ਪੜ੍ਹ ਲੈਣ, ਤੇ ਐਕਸਪਰਟ ਜਾਂ ਐਡਵਾਈਜ਼ਰ ਜਿਹੜੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਨੇ, ਜੋ ਆਪਣੀਆਂ ਇਨਫੋਰਮੇਸ਼ਨ ਦਿੰਦੇ ਨੇ, ਉਹਨਾਂ ਨਾਲ ਜ਼ਰੂਰ ਰਾਬਤਾ ਰੱਖਣ, ਉਹਨਾਂ ਨਾਲ ਸਲਾਹ ਕਰਨ ਤੋਂ ਬਾਅਦ ਹੀ ਆਪਣੀ ਕਿਸੇ ਵੀ ਐਪਲੀਕੇਸ਼ਨ ਅੱਗੇ ਪਾਉਣ। ਜੀ ਬਿਲਕੁਲ, ਮੇਰੀ ਵੀ ਇਹੀ ਸਲਾਹ ਹੈਗੀ ਆ, ਜਿਹੜੇ ਵੀ ਆਪਣੇ ਆਪ ਨੂੰ ਸੋਚਦੇ ਆ ਵੀ ਸਾਡੇ ਐਲੀਜੀਬਿਲਟੀ ਬਣਦੀ ਆ, ਕਿਉਂਕਿ ਕਿਸੇ ਵੀ ਰਾਹ ਤੁਰਨ ਦੇ ਉੱਤੇ ਜਦੋਂ ਬੰਦਾ ਕਿਸੇ ਚੁਰਸਤੇ ਤੇ ਖੜਾ ਹੁੰਦਾ ਨਾ, ਤੇ ਜੇ ਕਿਸੇ ਨੂੰ ਮਾੜਾ ਜਿਹਾ ਪੁੱਛ ਲਏ ਵੀ ਆਹ ਰਸਤਾ ਸਹੀ ਜਾਂਦਾ ਆ, ਤਾਂ ਮੇਰੇ ਖਿਆਲ ਨਾਲ ਉਹਨੂੰ ਪਿੱਛੇ ਮੁੜਨਾ ਜਾਂ ਉਹਨੂੰ ਕਿਤੇ ਪਛਤਾਵਾ ਨਹੀਂ ਹੋਊਗਾ। ਸੋ ਜਿਹੜੀ ਸਲਾਹ ਬਹੁਤ ਜ਼ਰੂਰੀ ਹੈਗੀ ਆ, ਤੇ ਮੈਨੂੰ ਲੱਗਦਾ ਇਮੀਗ੍ਰੇਸ਼ਨ ਸਾਰੇ ਜਿਹੜੇ ਸਲਾਹਕਾਰ ਹੈਗੇ ਆ, ਤੇ ਆਲਮੋਸਟ ਜਿਹੜੀ ਪਹਿਲੀ 10-15 ਮਿੰਟ ਦੀ ਜਿਹੜੀ ਸਲਾਹ ਆ ਉਹ ਫ੍ਰੀ ਵੀ ਦੇ ਦਿੰਦੇ ਆ। ਮੇਰੇ ਖਿਆਲ ਚਾਹ ਤਾਂ ਨਹੀਂ ਪਿਲਾਉਂਦੇ, ਪਰ ਫ੍ਰੀ ਸਲਾਹ ਦੇ ਦਿੰਦੇ ਆ। ਚਾਹ ਸਾਡੇ ਵਰਗੇ ਤਾਂ ਪੀ ਪੂ ਜਾਂਦੇ ਧੱਕੇ ਨਾਲ। ਸੋ ਮੈਂ ਵੀ ਬੇਨਤੀ ਕਰਾਂਗਾ, ਜ਼ਰੂਰ ਆਪਣੇ ਜਿਨ੍ਹਾਂ ਦੇ ਨਾਲ ਇਮੀਗ੍ਰੇਸ਼ਨ ਸਲਾਹਕਾਰ ਇੱਕ ਦੂਜੇ ਨਾਲ ਜੁੜੇ ਹੋਏ ਨੇ, ਉਹ ਇੱਕ ਦੂਜੇ ਨੂੰ ਜ਼ਰੂਰ ਉਹਦੀ ਸਲਾਹ ਦੇ ਨਾਲ ਲੈ ਕੇ ਇਸ ਗੋਲਡਨ ਜਿਹੜਾ ਮੌਕਾ ਮਿਲ ਰਿਹਾ ਆ ਉਹਨੂੰ ਜਿੱਦਾਂ ਅਜਾਈਂ ਨਾ ਜਾਣ ਦੇਣ। ਸੋ ਜ਼ਰੂਰ ਜਿਹੜਾ ਆਪਣਾ ਅਪਲਾਈ ਕਰਨ, ਜਦੋਂ ਵੀ 1 ਦਸੰਬਰ ਨੂੰ ਸ਼ਾਇਦ ਇਹ ਖੁੱਲ੍ਹ ਜਾਣੀਆਂ ਅਰਜ਼ੀਆਂ। ਉਹਦੇ ਬਾਰੇ ਵੀ ਇੱਕ ਤਰੀਕਾ ਦੱਸ ਦਿਓ ਆਪਣੇ ਸਨੀ ਜੀ, 2 ਗੇੜ ਜਿਹੜੇ ਆ ਕਦੋਂ ਜਿਹੜੇ ਸ਼ੁਰੂ ਹੋਣੇ ਆ? ਇੱਕ ਉਹਨਾਂ ਲਿਖਿਆ ਜੀ 1 ਦਸੰਬਰ ਤੋਂ, ਤੇ ਪਹਿਲੀ ਗੱਲ ਉਹਨਾਂ ਨੇ ਫੀਸ ਹਜੇ ਤੈਅ ਨਹੀਂ ਕੀਤੀ,
ਜੀ ਤੇ ਇਹਦੀ ਫੀਸ, ਐਪਲੀਕੇਸ਼ਨ ਫੀਸ ਕਿੰਨੀ ਹੋਵੇਗੀ ਉਹ ਐਂਡ ਆਫ ਅਕਤੂਬਰ ਪਤਾ ਚੱਲ ਜਾਣਾ ਆਪਾਂ ਨੂੰ। ਤੇ ਕਿਉਂਕਿ ਕਾਫੀ ਆਪਣੇ ਐਪਲੀਕੈਂਟਸ ਕਲਾਇੰਟਸ ਦੇ ਅੱਜ ਕੁਐਸਚਨ ਸੀਗੇ ਕਿ ਫੀਸ ਕਿੰਨੀ ਹੈ, ਕਿ ਕਦੋਂ ਹੋਣਾ ਆਪਣੇ। ਉਹਨਾਂ ਨੇ ਇਹ ਵੀ ਲਿਖਿਆ ਕਿ ਜਿਹੜੇ ਐਲੀਜੀਬਲ ਐਪਲੀਕੈਂਟ ਹੋਣਗੇ ਉਹਨਾਂ ਨੂੰ ਈਮੇਲਸ ਜਾਣਗੀਆਂ। ਹੋ ਸਕਦਾ ਕਈਆਂ ਨੂੰ ਡਾਇਰੈਕਟ ਈਮੇਲ ਚੱਲ ਜਾਏ ਜਿਹਨਾਂ ਦੀ ਸਿਸਟਮ 'ਚ ਆਪਣੀਆਂ ਉਹਨਾਂ ਦੀ ਈਮੇਲ ਰਜਿਸਟਰਡ ਨੇ, ਜਾਂ ਜਿਹੜੇ ਕਲਾਇੰਟਸ ਐਡਵਾਈਜ਼ਰ ਦੇ ਨਾਲ ਨੇ ਐਡਵਾਈਜ਼ਰਸ ਨੂੰ ਈਮੇਲ ਚੱਲ ਜਾਣਗੇ, ਐਡਵਾਈਜ਼ਰ ਅੱਗੇ ਆਪਣੇ ਐਪਲੀਕੈਂਟਸ ਨੂੰ ਜਾਂ ਕਲਾਇੰਟਸ ਨੂੰ ਅੱਗੇ ਨੋਟੀਫਾਈ ਕਰ ਸਕਦੇ ਆ। ਬਟ 1 ਦਸੰਬਰ ਤੋਂ ਐਪਲੀਕੇਸ਼ਨ ਐਕਸੈਪਟ ਹੋਣੀਆਂ ਸ਼ੁਰੂ ਹੋ ਜਾਣੀਆਂ ਭਾਜੀ। ਉਹਨੇ ਵੀ ਲਿਖਿਆ ਕਿ ਟਾਈਮ ਵੀ ਲਿਖਿਆ ਕਿ 31 ਜੁਲਾਈ 2022 ਤੋਂ ਪਹਿਲਾਂ ਸਬਮਿਟ ਹੋਣੀ ਚਾਹੀਦੀਆਂ। ਇੱਕ ਫੇਸ ਦਸੰਬਰ ਦਾ ਤੇ ਦੂਜਾ ਉਹਨਾਂ ਨੇ ਮਾਰਚ ਦਾ। ਜਿਹੜਾ ਦਸੰਬਰ ਦਾ ਫੇਸ ਆ ਉਹਦੇ ਵਿੱਚ ਪ੍ਰਾਇੋਰਟੀ ਦਿੱਤੀ ਗਈ ਉਹਨਾਂ ਨੇ ਕਿ ਕਿਹਨਾਂ ਨੂੰ ਐਕਸੈਪਟ ਕਰਨਾ। ਫਿਰ ਉਸ ਤੋਂ ਬਾਅਦ ਜਿਹੜੇ ਬਾਕੀ ਬਚ ਜਾਣਗੇ ਉਹ ਕਹਿੰਦੇ ਕਿ ਉਹਨਾਂ ਨੂੰ ਫਿਰ ਆਪਣੇ ਮਾਰਚ ਦੇ ਫੇਸ ਦੇ ਵਿੱਚ ਐਕਸੈਪਟ ਕਰਨਗੇ। ਮੈਨੂੰ ਲੱਗਦਾ ਸਨੀ ਜਿੱਦਾਂ ਉਹਨਾਂ ਨੇ ਦੁਬਾਰਾ 31 ਮਾਰਚ, ਕਿਉਂਕਿ ਇਹਨਾਂ ਕੋਲ 3 ਮਹੀਨੇ ਦੇ ਟਾਈਮ ਆ, ਇਹਨਾਂ ਨੂੰ ਲੱਗਦੇ ਜ਼ਰੂਰ ਇਹ ਹੜੰਬਾ ਮਸ਼ੀਨ ਜਿਹੜੀ ਚਲਾਣਗੇ, ਫਾਈਲਾਂ ਇਹਨਾਂ ਨੇ ਉਹ ਮਾਰਨੀਆਂ ਕੱਢ ਕੇ। ਸੋ ਪਿਛਲਾ ਇਹਨਾਂ ਨੇ ਸਾਰਾ ਕੁਝ ਕੱਢ ਦੇਣਾ। ਸੋ ਅਸੀਂ ਵੀ ਆਸ ਕਰਦੇ ਹਾਂ ਜੀ ਹੜੰਬਾ ਮਸ਼ੀਨ ਚਲਾਉਣ ਤੇ ਸਾਰੇ ਜਿਹੜੇ ਆ ਬਹੁਤ ਖੁਸ਼ੀ ਪੱਕੇ ਹੋਣ ਤੇ ਧਿਆਨ ਨਾਲ ਕੰਮ ਕਰਨ ਤੇ ਆਪਣੇ ਪਰਿਵਾਰਾਂ ਨੂੰ ਸੈੱਟ ਕਰਨ, ਆਪਣੇ ਮਾਪੇ ਨੂੰ ਸੈੱਟ ਕਰਨ। ਇੱਕ ਤਾਂ ਕਰੋਨਾ ਨੇ ਜਿਹੜਾ ਇੰਨਾ ਸਮਾਂ ਖਰਾਬ ਕੀਤਾ ਆ, ਦੂਸਰਾ ਇੰਨੇ ਸਾਲ ਜਿਹੜੇ ਹੋ ਗਿਆ। ਕਈ ਅੱਜ ਇੱਕ ਵੀਰ ਦਾ ਮੈਨੂੰ ਫੋਨ ਆਇਆ, ਉਹਨੂੰ 6 ਸਾਲ ਹੋ ਗਏ ਆ। ਇੱਕ ਦਾ ਫੋਨ ਆਇਆ ਇੱਕ ਨੂੰ 10 ਸਾਲ ਹੋ ਗਿਆ। ਸੋ ਕਿਤੇ ਨਾ ਕਿਤੇ ਜਿਹੜੇ ਆ ਉਹਨਾਂ ਦੀ ਜਿਹੜੀ ਹੁਣ ਤੱਕ ਦੀ ਜਿਹੜੀ ਡੈਡੀਕੇਸ਼ਨ ਹੈ ਦੇਸ਼ ਪ੍ਰਤੀ, ਜਿੰਨਾ ਉਹ ਕਰਦੇ ਰਹੇ ਆ, ਉਹ ਉਹਨਾਂ ਨੂੰ ਬੂਰ ਪੈ ਜਾਵੇ ਤੇ ਉਹ ਵੀ ਸਾਡੀ ਦਿਲੀ ਤਮੰਨਾ। ਅਖੀਰ ਦੇ ਵਿੱਚ ਸਨੀ ਜੀ ਕੋਈ ਤੁਸੀਂ ਜਿਹੜਾ ਸੰਦੇਸ਼ ਦੇਣਾ ਚਾਹੁੰਦੇ ਹੋ, ਜਾਂ ਕੋਈ ਆਪਣਾ ਫੋਨ ਨੰਬਰ ਜਾਂ ਦਫ਼ਤਰ ਦਾ ਪਤਾ, ਜਦੋਂ ਕੋਈ ਕਰੋਨਾ ਲੈਵਲ 3 ਆ, ਤੁਸੀਂ ਕਿਸ ਤਰ੍ਹਾਂ ਸੰਪਰਕ ਤੁਹਾਡੇ ਨਾਲ ਜਿਹੜਾ ਕਰ ਸਕਦੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ, ਉਹ ਜ਼ਰੂਰ ਆਪਣੇ ਕੰਟੈਕਟ ਡਿਟੇਲ ਦੱਸ ਦਿਓ ਤਾਂ ਕਿ ਤੁਹਾਡੇ ਨਾਲ ਜਿਹੜਾ ਰਾਬਤਾ ਹੈ ਉਹਨਾਂ ਦਾ ਬਣਦਾ ਰਹੇ ਬਾਅਦ 'ਚ। ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੀ ਬੜੀ ਇੰਪੋਰਟੈਂਟ ਆ। ਮੈਂ ਲਾਸਟ ਵੀਕ ਵੀ ਕਿਸੇ ਨਾਲ ਵੀ ਕੀਤੀ ਸੀ ਗੱਲ, ਤੇ ਪਿਛਲੇ ਮਹੀਨੇ ਉਸ ਤੋਂ ਪਹਿਲਾਂ ਇੱਕ ਸਬਮਿਸ਼ਨ ਵੀ ਕੀਤੀ ਸੀਗੀ। ਨੋਰਮਲੀ ਮੈਂ ਆਪਣੇ ਸੋਸ਼ਲ ਮੀਡੀਆ ਹੋਰ ਪੇਜਾਂ ਤੇ ਕਦੀ ਉਹ ਸ਼ੇਅਰ ਨਹੀਂ ਕਰਦਾ ਕਿਸੇ ਨਾਲ। ਤੇ ਮੇਰੀ ਇਹ ਪ੍ਰਪੋਜ਼ਲ ਸੀਗੀ ਅਥਾਰਟੀਜ਼ ਨੂੰ ਭਾਜੀ ਕਿ ਜਿਹੜੇ ਵੀ ਐਪਲੀਕੈਂਟਸ ਨਿਊਜ਼ੀਲੈਂਡ ਦੇ ਵਿੱਚ ਇਹ ਆਪਣੇ ਟਰਸਟਡ ਸੋਰਸਸ ਨੂੰ ਗਈ ਹੋਈ ਹੈ ਇਨਫੋਰਮੇਸ਼ਨ ਦੀ, ਜਿਹੜੇ ਇਹਨਾਂ ਦੇ 5 ਸਾਲ ਇੱਥੇ ਨਿਊਜ਼ੀਲੈਂਡ ਦੇ ਵਿੱਚ ਹੋ ਗਏ ਆ ਔਰ ਉਹ ਹੈਲਥ ਤੇ ਕਰੈਕਟਰ ਕ੍ਰਾਈਟੇਰੀਆ ਨੂੰ ਮੀਟ ਕਰਦੇ ਆ ਤੇ ਉਹਨਾਂ ਕੋਲ ਜੌਬ ਹੈਗੀ ਫੁੱਲ ਟਾਈਮ, ਚਾਹੇ ਕਿਸੇ ਵੀ ਪੇ ਰੇਟ ਤੇ ਉਹਨਾਂ ਨੂੰ ਪੱਕੇ ਕੀਤਾ ਜਾਵੇ। ਸੋ ਹਾਂਜੀ, ਤੇ ਮੈਂ ਅੱਜ ਉਸ ਪ੍ਰਪੋਜ਼ਲ ਤੋਂ ਬਹੁਤ ਖੁਸ਼ ਹਾਂ ਕਿ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਦੇ ਨਾਲ ਬਿਲਕੁਲ ਰਿਲੇਟਡ ਇਹ ਜਿਹੜੀ ਆ ਆਪਣੇ ਇਨਫੋਰਮੇਸ਼ਨ ਦਿੱਤੀ ਆ ਕਿ 3 ਸਾਲ ਤੋਂ ਜਿਹੜੇ ਇੱਥੇ ਰਹਿ ਰਹੇ ਆ, ਬਾਕੀ ਉਹਨਾਂ ਨਾਲ ਹੋਰ ਕ੍ਰਾਈਟੇਰੀਆ ਮੈਚ ਕਰਤਾ। ਕਿ ਮਨ ਨੂੰ ਬੜੀ ਖੁਸ਼ੀ ਹੋਈ ਹੈ ਕਿ ਇੱਕ ਪ੍ਰਪੋਜ਼ਲ ਅਸੀਂ ਦਿੱਤੀ ਸੀਗੀ ਤੇ ਉਸ ਪ੍ਰਪੋਜ਼ਲ ਦੇ ਅਕੋਰਡਿੰਗ ਇਹ ਜਿਹੜਾ ਰਿਜ਼ਲਟ ਆਇਆ। ਬਟ ਕਿਉਂਕਿ ਕਹਿੰਦਾ ਕਿ ਪੰਜਾਬੀ 'ਚ ਆਪਣਾ ਦਿਲ ਹੁੰਦਾ ਕਿ ਆਪਣੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਬੈਨੀਫਿਟ ਹੋਵੇ, ਕਿਉਂਕਿ ਅਸੀਂ ਜਿਸ ਧਰਤੀ ਤੋਂ ਉਸ ਤੋਂ ਆਏ ਹਾਂ ਉੱਥੋਂ ਸਾਡੇ ਆਪਣੇ ਭਾਈਚਾਰੇ ਦੇ ਵਿੱਚ ਜਿਹੜੇ ਉਹਨਾਂ ਦੇ ਆਪਣੇ ਪਰਿਵਾਰ ਤੋਂ ਵਿਛੜੇ ਹੋਏ ਨੇ ਤੇ ਉਹ ਆਪਣੇ ਭੈਣ ਭਰਾਵਾਂ ਨੂੰ, ਆਪਣੇ ਬੱਚਿਆਂ ਨੂੰ, ਮਾਂ-ਬਾਪ ਨੂੰ ਇੱਥੇ ਲੈ ਕੇ ਆ ਸਕਣ ਤੇ ਇੰਨੇ ਸਾਲ ਤੋਂ ਉਮੀਦ ਲਾ ਕੇ ਬੈਠੇ ਆ ਉਹ ਪੱਕੇ ਹੋ ਸਕਣ। ਪਰ ਇਸੇ ਉਮੀਦ ਦੇ ਨਾਲ ਆਪਾਂ ਇਹ ਸੰਦੇਸ਼ ਦੇਵਾਂਗੇ ਕਿ ਲਾਸਟ ਵਿੱਚ ਉਹ ਲੋਇਲ ਰਹਿ ਕੇ ਇਸ ਕੰਟਰੀ ਦੇ ਨਾਲ, ਜਿਸ ਕਹਿੰਦੇ ਕੰਟਰੀ ਨੇ ਆਪਣੇ ਤੁਹਾਨੂੰ ਇੰਨਾ ਰਹਿਣ ਲਈ ਤੇ ਖਾਣ ਲਈ ਆਪਣੇ ਸੋਰਸਸ ਪ੍ਰਦਾਨ ਕੀਤੇ, ਉਹਨਾਂ ਨਾਲ ਲੋਇਲ ਰਹਿਣ, ਚੰਗੇ ਨਾਗਰਿਕ ਬਣ ਕੇ ਇੱਥੇ ਕੰਮ ਕਰਨ ਤੇ ਇੱਕ ਐਗਜ਼ਾਮਪਲ ਬਣੀਏ ਕਿ ਪੰਜਾਬੀ ਜਿਹੜੇ ਆ ਉਹ ਆਪਣਾ ਆਪ ਵੀ ਸਵਾਰਦੇ ਆ ਤੇ ਆਪਣੇ ਆਸ-ਪਾਸ ਆਪਣਾ ਆਲਾ ਦੁਆਲਾ ਵੀ ਸਵਾਰਦੇ ਆ। ਤੇ ਬਹੁਤ ਵਧੀਆ। ਉਹਦੇ ਨਾਲ ਵੀ ਕਿਸੇ ਦੀ ਆਪਾਂ ਹੈਲਪ ਕਰ ਸਕਦੇ ਹੋਈਏ, ਕਿਸੇ ਦੀ ਭਰਾ ਭੈਣ ਦੀ ਕੋਈ ਵਾਈਡਰ ਕਮਿਊਨਿਟੀ ਦਾ ਵੀ ਹੋਵੇ ਉਹਦੀ ਵੀ ਆਪਾਂ ਹੈਲਪ ਕਰ ਸਕੀਏ ਤੇ ਸਹਿਯੋਗ ਦਈਏ। ਆਪਣੀ ਕਮਿਊਨਿਟੀ ਦੀ ਇਹੀ ਪਛਾਣ ਆ ਤੇ ਇਹ ਪਛਾਣ ਜਿਹੜੀ ਆ ਉਹਨਾਂ ਸੋਰਸਸ ਤੱਕ ਵੀ ਚਲੇ ਜਾਵੇ, ਉਹ ਬਾਅਦ ਵਿੱਚ ਸਾਨੂੰ ਕਹਿਣ ਕਿ ਯਾਰ ਅਸੀਂ ਤੁਹਾਨੂੰ ਇਹ ਮੌਕਾ ਦਿੱਤਾ ਸੀ ਇਸ ਕੰਟਰੀ 'ਚ ਪੱਕੇ ਹੋਣ ਦਾ ਤੇ ਅਸੀਂ ਆਪਣੇ ਆਪ 'ਚ ਪ੍ਰਾਊਡ ਮਹਿਸੂਸ ਕਰਦੇ ਹਾਂ ਕਿ ਤੁਸੀਂ ਵਾਕਿਆ ਹੀ ਇਸ ਪਰਮਾਨੈਂਟ ਰੈਜ਼ੀਡੈਂਸ ਲੈਣ ਦੇ ਕਾਬਲ ਆ ਤੇ ਸਾਡੀ ਕੰਟਰੀ ਨੂੰ ਤੁਹਾਡਾ ਤੁਸੀਂ ਯੋਗਦਾਨ ਦਿੱਤਾ ਉਹਦੀ ਬੱਲੇ ਬੱਲੇ ਆ। ਤੇ ਫਿਊਚਰ ਵਿੱਚ ਆਉਣ ਵਾਲੇ ਅਸੀਂ ਰਹੀਏ ਨਾ ਰਹੀਏ ਬਟ ਉਹ ਇਸ ਕਮਿਊਨਿਟੀ ਦਾ ਨਾਮ ਉੱਚਾ ਕਰਦੇ ਰਹਿਣ, ਚਾਹੇ ਪੰਜਾਬੀ ਨੇ, ਚਾਹੇ ਇੰਡੀਅਨ ਨੇ, ਚਾਹੇ ਭਾਰਤੀ ਨੇ, ਚਾਹੇ ਹੋਰ ਕਿਸੇ ਕੰਟਰੀ ਦੇ ਨੇ। ਤੇ ਸਾਰਿਆਂ ਲਈ ਇਹ ਸੰਦੇਸ਼ ਹੈਗਾ ਤੇ ਤੁਹਾਡੇ ਲਈ ਸਪੈਸ਼ਲ ਧੰਨਵਾਦ। ਤੁਸੀਂ ਜਿਹੜਾ ਕਿ ਆਪਣੇ ਨਾ ਕਮਿਊਨਿਟੀ ਨੂੰ ਆਪਣੇ ਪੰਜਾਬੀ ਭਾਸ਼ਾ ਦੇ ਵਿੱਚ ਮੈਸੇਜ ਲੈ ਕੇ, ਮੇਰੇ ਖਿਆਲ ਦੇ ਵਿੱਚ ਕੋਈ ਹੋਰ ਜੇ ਕਿਤੇ ਹੁਣ ਅਵਾਰਡ ਨਾਈਟਸ ਹੋਗੀ ਤੇ ਬਹੁਤ ਧੰਨਵਾਦ ਸਨੀ ਜੀ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਇੰਨਾ ਸਮਾਂ ਕੱਢਿਆ। ਤੇ ਮੈਂ ਚਾਹਾਂਗਾ ਤੁਸੀਂ ਆਪਣਾ ਜਿਹੜੇ ਪਿਛਲੇ ਦਫ਼ਤਰ ਦੇ ਵਿੱਚ ਕੰਪਿਊਟਰ ਦਾ ਮਾਊਸ ਰੱਖਿਆ ਉਹਨੂੰ ਜਿਹੜਾ ਚਾਰਜ ਕਰ ਲਓ ਤੇ ਸੈੱਲ ਸੁਲ ਪਾ ਲਓ ਤੇ ਆਉਣ ਵਾਲਾ ਸਮਾਂ ਜਿਹੜਾ ਬਾਕੀ ਬਿਜ਼ਨਸ ਅਦਾਰਿਆਂ ਨੂੰ ਬੂਸਟ ਮਿਲਣ ਵਾਲਾ ਆ, ਕਿਉਂਕਿ ਮਾਈਗ੍ਰੈਂਟ ਜਿਹੜੇ ਹੈਗੇ ਆ, ਪ੍ਰਵਾਸੀ ਹੈਗੇ ਆ, ਇਹਦੀ ਇਕੋਨਮੀ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਅਹਿਮ ਰੋਲ ਅਦਾ ਕਰਦੇ ਆ। ਸੋ
ਆਸ ਕਰਦੇ ਹਾਂ ਸਾਰਿਆਂ ਦੀ ਜਿਹੜੀ ਕਿਸਮਤ ਆ ਉਹ ਜ਼ਰੂਰ ਸਾਥ ਦੇਵੇ ਤੇ ਉਹਨਾਂ ਦੀ ਐਲੀਜੀਬਿਲਟੀ ਦੇ ਨਾਲ ਉਹਨਾਂ ਦੀ ਜਿਹੜੇ ਪੀਆਰ ਆ ਠਾ 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 ਕਰਕੇ ਲੱਗਣ ਤੇ ਉਹ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਹੀ ਆ ਨੀਲੇ ਤੋਂ ਜਿਹੜੇ ਕਾਲੇ ਪਾਸਪੋਰਟ ਧਾਰਕ ਬਣ ਜਾਣ ਤੇ ਪੂਰਾ ਵਰਲਡ ਉਹਨਾਂ ਦੇ ਲਈ ਇੱਕ ਜਿੱਦਾਂ ਟਿਕਟ ਲੈ ਕੇ ਜਾਣ ਦੇ ਬਰਾਬਰ ਜਿੱਦਾਂ ਹੋ ਜਾਵੇ, ਜਿੱਥੇ ਨੂੰ ਮਰਜ਼ੀ ਉਹ ਆਪਣੇ ਰਿਸ਼ਤੇਦਾਰਾਂ ਕੋਲ ਜਾ ਸਕਣ, ਜਦੋਂ ਮਰਜ਼ੀ ਜਾ ਸਕਣ। ਸੋ ਇੰਨੇ ਸ਼ਬਦਾਂ ਦੇ ਨਾਲ ਹਾਂਜੀ ਜੀ ਆਖਰ ਚ ਕੁਝ ਕਹਿਣਾ ਜੀ ਸੌਰੀ ਮੈਂ ਮਤਲਬ ਤੁਸੀਂ ਬੰਦ ਕਰਕੇ ਦੌੜ ਜਾਣਾ, ਤੁਸੀਂ ਬਹੁਤ ਤੁਹਾਡੇ ਮੇਰੇ ਪਤਾ ਕਿਤੇ ਨਾ ਕਿਤੇ ਹੱਥ ਕਿਤੇ ਪੈਰ ਕਿਤੇ ਨੱਕ ਤੇ ਕੰਨ ਕਿਤੇ ਕਿਤੇ ਨੇ ਸਾਰੇ ਪਾਸੇ। ਸਭ ਤੋਂ ਪਹਿਲਾਂ ਮੈਂ ਦੁਬਾਰਾ ਫੇਰ ਵਧਾਈ ਦਿੰਦਾ, ਪਰ ਤੁਸੀਂ ਆਪਣੇ ਚੈਨਲ ਬਾਰੇ ਵੀ ਦੱਸੋ, ਕਿਉਂਕਿ ਜਿਹੜਾ ਤੁਸੀਂ ਆਪਣੇ YouTube ਚੈਨਲ ਖੋਲਿਆ ਤੇ ਇਹ ਦਰਸ਼ਕਾਂ ਤੱਕ ਕਿੱਦਾਂ ਜਾਂਦਾ, ਕਿ ਦਰਸ਼ਕ ਇਹਦਾ ਕਿੱਦਾਂ ਲਾਹਾ ਲੈ ਸਕਦੇ ਆ, ਤੇ ਤੁਸੀਂ ਬਾਕੀ ਤੁਹਾਡੀ ਆਪ ਬਾਰੇ ਜੀ ਮੈਂ ਜਾਣਕਾਰੀ ਦੇ ਦੇਣਾ ਪੰਜਾਬੀ ਹੈਰਲਡ ਜਿਵੇਂ ਸਾਰੇ ਆਪਾਂ ਅਖਬਾਰ ਤੋਂ ਤਾਂ ਵਾਕਿਫ ਸੀਗੇ ਤੇ ਆਪਾਂ ਪੰਜਾਬੀ ਹੈਰਲਡ ਜਿਹੜਾ YouTube ਚੈਨਲ ਸੀਗਾ ਪੰਜਾਬੀ ਹੈਰਲਡ TV ਕਰਕੇ ਇਹ ਵੀ ਕਾਫੀ ਸਮੇਂ ਤੋਂ ਖੋਲ੍ਹਿਆ ਹੋਇਆ ਸੀ, ਪਰ ਇੰਨਾ ਵਕਤ ਨਹੀਂ ਹੁੰਦਾ ਸੀ ਕਿ ਇਹਦੇ 'ਚ ਇਨਪੁੱਟ ਕਰੀਏ। ਤੇ ਉਹ ਧੰਨਵਾਦ ਕਰਦੇ ਕਰੋਨਾ ਦਾ ਤੇ ਲੋਕਡਾਊਨ ਦਾ। ਉਹ ਕਹਿੰਦਾ ਨਾ ਵਿਹਲਾ ਮਨ ਜਿਹੜਾ ਸ਼ੈਤਾਨ ਦਾ ਘਰ ਵਾਲੀ ਗੱਲ ਹੈਗੀ ਆ, ਤੇ ਉਹ ਫਿਰ ਇਸ ਪਾਸੇ ਨੂੰ ਜਿੱਦਾਂ ਟਾਈਮ ਮਿਲਿਆ ਤੇ ਤਾਂ ਕਰਕੇ ਇਹਦੇ ਵਿੱਚ ਜਿਹੜੀ ਇਨਪੁੱਟ ਜਿਹੜੀ ਪਾਣੀ ਸ਼ੁਰੂ ਕੀਤੀ ਆ ਤੇ ਇਹਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਹੁਣ ਤੱਕ ਅਸੀਂ ਪਾ ਚੁੱਕੇ ਹਾਂ। ਤੇ ਮੈਂ ਚਾਹਾਂਗਾ ਆਉਣ ਵਾਲਾ ਜਿਹੜਾ ਸਮਾਂ ਆ ਤਕਨੀਕ ਦੇ ਹਿਸਾਬ ਨਾਲ ਅਸੀਂ ਵੀ ਅੱਗੇ ਵੱਧਦੇ ਜਾਈਏ ਤੇ ਜਿਹੜੇ ਆਪਣੇ ਜਿਹੜੇ ਸੰਪਰਕ ਸਾਧਨ ਹੈਗੇ ਆ ਉਹਨਾਂ ਨੂੰ ਵੀ ਐਕਸਪੈਂਡ ਕਰਦੇ ਜਾਈਏ। ਸੋ ਪੰਜਾਬੀ ਹੈਰਲਡ YouTube ਚੈਨਲ ਆ ਉਹ ਜਿੰਨੇ ਵੀ ਮੇਰੇ ਦਰਸ਼ਕ ਸੁਣਦੇ ਹੋਣਗੇ ਪਲੀਜ਼ ਉਹਨੂੰ ਸਬਸਕ੍ਰਾਈਬ ਵੀ ਕਰ ਦੇਣ, ਲਾਈਕ ਵੀ ਕਰ ਦੇਣ, ਤੇ ਜਿਹੜੀ ਵੀਡੀਓ ਆ ਉਹ ਵੀ ਆਪ ਵੀ ਦੇਖ ਲੈਣ ਤੇ TV ਦੇ ਉੱਤੇ ਜਿੱਦਾਂ ਅੱਜ ਕੱਲ੍ਹ ਕ੍ਰੋਮ ਦੇ ਨਾਲ ਜਿਹੜਾ ਸੈੱਟ ਹੋ ਜਾਂਦਾ ਤੇ ਵੱਡੇ ਪਰਦੇ ਦੇ ਉੱਤੇ ਵੀ ਜਿਹੜੇ ਪਰਿਵਾਰ ਦੇ ਵਿੱਚ ਬਹਿ ਕੇ ਦੇਖਣ। ਉਹਨਾਂ ਦੇ ਨਾਲ ਜਿੱਥੇ ਤੁਹਾਨੂੰ ਜਾਣਕਾਰੀ ਮਿਲੂਗੀ ਉੱਥੇ ਸਾਨੂੰ ਵੀ ਇੱਕ ਸ਼ਾਬਾਸ਼ੀ ਮਿਲੂਗੀ। ਤਾਂ ਅਸੀਂ ਤੁਹਾਡੇ ਲਈ ਇਹੋ ਜਿਹੇ ਹੋਰ ਪ੍ਰੋਗਰਾਮਾਂ ਐਕਸਪਰਟ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਜਿਹੜੀ ਆ ਸਾਂਝੀ ਕਰਦੇ ਰਹਾਂਗੇ। ਜੀ ਲਾਈਵ ਚੱਲਦਾ ਪ੍ਰੋਗਰਾਮ ਕੀ ਰਿਕਾਰਡ ਕਰਕੇ ਬਾਅਦ ਵਿੱਚ ਆਪਣੇ ਤੁਸੀਂ ਇਹ ਦੋਨੋਂ ਤਰ੍ਹਾਂ ਜਿਹੜਾ ਹੈਗਾ। ਲਾਈਵ ਦੇ ਵਿੱਚ ਕੀ ਹੁੰਦਾ ਕਈ ਵਾਰ ਕੋਈ ਮਿਸਟੇਕ ਜਾਂ ਕੁਝ ਆਪਾਂ ਅਮੈਂਡਮੈਂਟ ਨਹੀਂ ਕਰ ਪਾਉਂਦੇ, ਐਵੇਂ ਕਿਤੇ ਗਲਤ ਇਨਫੋਰਮੇਸ਼ਨ ਚੱਲਦੀ ਆ, ਇਸ ਕਰਕੇ ਮੈਂ ਇਹ ਹਜੇ ਫਿਲਹਾਲ ਸੋਚਿਆ ਹੈਗਾ ਵੀ ਇਹਨੂੰ ਰਿਕਾਰਡ ਕਰਕੇ ਕਿਸੇ ਜੇ ਕਿਤੇ ਕੋਈ ਪਿਕਚਰ ਵਿੱਚ ਇਨਸਰਟ ਕਰਨੀ ਆ ਜਾਂ ਕੁਝ ਹੋਰ ਜਾਣਕਾਰੀ ਦੇਣੀ ਆ ਤਾਂ ਸਾਡੇ ਕੋਲ ਇੱਕ ਮੌਕਾ ਮਿਲ ਜਾਂਦਾ ਉਹਦੇ ਵਿੱਚ ਮਿਕਸਿੰਗ ਕਰਨ ਦਾ। ਸੋ ਫਿਲਹਾਲ ਜਿੱਦਾਂ ਇਹ ਐਡਿਟ ਕਰਕੇ ਜਿਹੜਾ ਮੈਂ ਪਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਸਾਡੇ ਕੋਲ ਰਿਸੋਰਸ ਵੱਧ ਗਏ ਜਾਂ ਆਪਾਂ ਇਸ ਯੋਗ ਹੋ ਗਏ ਤੇ ਆਪਾਂ ਜਿਹੜਾ ਲਾਈਵ ਸਟ੍ਰੀਮ ਆ ਉਹ ਵੀ ਨਾਲ ਸਮੇਂ ਦੇ ਵਿੱਚ ਸ਼ੁਰੂ ਕਰਾਂਗੇ। ਤਾਂ ਫਿਲਹਾਲ ਜਿਹੜੀਆਂ ਇਸ ਤਰ੍ਹਾਂ ਦੀਆਂ ਇੰਟਰਵਿਊ ਹੈਗੀਆਂ ਮੈਂ ਲਾਈਵ ਕਰਕੇ ਤੇ ਉਹਦੇ ਵਿੱਚ ਜਿਹੜੀ ਇਨਫੋਰਮੇਸ਼ਨ ਐਕਸਟਰਾ ਤੋਂ ਜਾਂ ਇਨਪੁੱਟ ਕਰਕੇ ਪਾ ਰਿਹਾ। ਇੱਕ ਲਾਸਟ ਇਨਫੋਰਮੇਸ਼ਨ ਹੋਰ ਮੈਂ ਕਹਿਣਾ ਚਾਹੁੰਦਾ ਦਰਸ਼ਕਾਂ ਨੂੰ, ਮੈਨੂੰ ਪਤਾ ਕਿ ਹਰੇਕ ਦੇ ਫੋਨ ਬਿਜ਼ੀ ਹੁੰਦੇ ਆ ਤੇ ਮੇਰੇ ਨਾਲ ਵੀ ਗੱਲ ਕਰ ਸਕਦੇ। ਨੰਬਰ ਤੁਸੀਂ ਵੈਸੇ ਮੇਰਾ ਵੈਬਸਾਈਟ ਤੇ ਵੀ ਪਾ ਦਿੱਤਾ ਤੇ ਉੱਪਰ ਤੁਸੀਂ ਜਿਹੜੀ ਬੈਕਗ੍ਰਾਉਂਡ ਵਧੀਆ ਸੈੱਟ ਕੀਤੀ ਉਹਦੇ ਵਿੱਚ ਨੰਬਰ ਲਿਖਿਆ ਹੋਇਆ ਤੇ ਮੇਰੀ ਈਮੇਲ sunny@worldtravel। ਮੈਂ ਪ੍ਰੈਫਰ ਕਰੂੰਗਾ ਕਿ ਜੇ ਈਮੇਲ ਕਰਨਾ ਆਪਣੇ ਸਵਾਲ ਜਵਾਬ ਤਾਂ ਜ਼ਿਆਦਾ ਵਧੀਆ sunny@worldtravel.net.nz ਤੇ ਜਾ ਕੇ। ਬਾਕੀ ਸਾਡੇ ਆਫਿਸ ਦਾ ਪਤਾ ਤੁਹਾਨੂੰ ਪਤਾ ਹੀ ਆ, ਤੁਸੀਂ ਉੱਪਰ ਲਿਖਿਆ ਹੈ ਮੈਨਰੇਵਾ। ਬਟ ਨਾਲ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਕੁਝ ਪਰਸਨ ਜਿਹੜੇ ਇਹੋ ਨੇ ਜਿਹਨਾਂ ਪੰਜਾਬੀ ਵਿੱਚ ਤੁਹਾਡੇ ਨਾਲ ਗੱਲਬਾਤ ਵਧੀਆ ਤਰੀਕੇ ਨਾਲ ਕਰ ਸਕਦੇ ਆ ਔਰ ਤੁਸੀਂ ਹਮੇਸ਼ਾ ਹੈਲਪ ਕਰਦੇ ਆ। ਔਰ ਤੁਸੀਂ ਆਪਣਾ ਨੰਬਰ ਵੀ ਜ਼ਰੂਰ ਦੇ ਕੇ ਜਾਓ, ਕਿਉਂਕਿ ਤੁਹਾਡੇ ਨਾਲ ਜਿਹੜੀ ਗੱਲਬਾਤ ਬੰਦਾ ਕਰ ਲੈਂਦਾ ਨਾ ਤੁਸੀਂ ਉਹਨੂੰ ਸ਼ਾਰਟ ਲਿਸਟ ਕਰ ਲੈਂਦੇ ਆ, ਜਿਹੜੀ ਕਿ ਬਹੁਤ ਵੱਡੀ ਗੱਲ ਆ। ਕੋਈ ਨਹੀਂ, ਦਰਸ਼ਕਾਂ ਨੂੰ ਵੈਸੇ ਨੰਬਰ ਆਲਮੋਸਟ ਪਤਾ ਹੁੰਦਾ, ਪਰ ਫਿਰ ਵੀ ਮੈਂ ਵੀ ਦੱਸ ਦੇਣਾ ਨਾਲ ਕਿਤੇ ਐਮਰਜੈਂਸੀ ਕਿਸੇ ਨੂੰ ਜੇਪੀ ਸੇਵਾਵਾਂ ਦੀ ਲੋੜ ਆ ਤੇ ਉਹਦੇ ਵਿੱਚ ਵੀ ਹੈਲਪ ਕਰ ਸਕਦਾ। ਮੇਰਾ ਨੰਬਰ ਜ਼ਰੂਰ ਨੋਟ ਕਰ ਲਿਓ ਜੀ 021-025-3983-021-025-39 ਸੋ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਆ। ਜੇ ਬਾਈ ਚਾਂਸ ਸੰਨੀ ਸਿੰਘ ਹੁਣੀ ਨਹੀਂ ਫੋਨ ਚੁੱਕਦੇ ਤੁਸੀਂ ਸਿੱਧਾ ਮੈਨੂੰ ਹੀ ਫੋਨ ਕਰਨਾ ਆ। ਮੈਨੂੰ ਘਰ ਦਾ ਵੀ ਪਤਾ ਆ ਤੇ ਮੈਨੂੰ ਇਹ ਵੀ ਪਤਾ ਗੱਡੀ ਇਹਨਾਂ ਦੇ ਘਰ ਦੇ ਮੂਹਰੇ ਕਿੱਥੇ ਪਾਰਕ ਕਰਕੇ ਕਿਹੜੀ ਘੰਟੀ ਦੱਬਣੀ ਆ। ਸੋ ਤੁਸੀਂ ਮੇਰੇ ਨਾਲ ਜ਼ਰੂਰ ਸੰਪਰਕ ਕਰ ਲਿਓ। ਜੇ ਨਹੀਂ ਫੋਨ ਚੱਕਣਗੇ ਮੈਨੂੰ ਪਤਾ ਬਿਜ਼ੀ ਹੁੰਦੇ ਆ, ਕਈ ਵਾਰ ਅਗਲੇ ਨੂੰ ਲੱਗਦਾ ਵੀ ਮੇਰਾ ਫੋਨ ਨਹੀਂ ਚੱਕਦਾ, ਕਈ ਵਾਰ ਕੋਈ ਕੇਸ ਡਿਸਕਸ ਹੋ ਰਿਹਾ ਹੁੰਦਾ ਉਹ ਫੋਨ ਜਿਹੜਾ ਆ ਕਈ ਵਾਰ ਅੱਧਾ ਘੰਟਾ ਵੀ ਬਿਜ਼ੀ ਹੋ ਜਾਂਦਾ। ਸੋ ਇਸ ਕਰਕੇ ਤੁਸੀਂ ਜਿੱਥੇ ਮੈਸੇਜ ਵੀ ਕਰ ਸਕਦੇ ਹੋ, ਨਹੀਂ ਕੋਈ ਚਾਰਾ ਪਾਸਾ ਚੱਲੂਗਾ ਤਾਂ ਤੁਸੀਂ ਮੈਨੂੰ ਸੰਪਰਕ ਕਰਿਓ। ਮੈਂ ਤੁਹਾਡੀ ਕਿਤੇ ਨਾ ਕਿਤੇ ਜਿਹੜੀ ਆ ਇਹਨਾਂ ਦੇ ਨਾਲ ਜਿਹੜਾ ਸੰਪਰਕ ਕਰਵਾ ਦੇਵਾਂਗਾ। ਸੋ ਅਖੀਰ ਦੇ ਵਿੱਚ ਸੰਨੀ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੁਝ ਅਪਡੇਟ ਹੋਊਗੀ ਤਾਂ ਅਸੀਂ ਤੁਹਾਡੇ ਕੋਲ ਜ਼ਰੂਰ ਜਿਹੜੀ ਜਾਣਕਾਰੀ ਲੈਂਦੇ ਰਹਾਂਗੇ। ਸੋ ਤੁਹਾਨੂੰ ਫਤਿਹ ਬੁਲਾਉਂਦੇ ਆ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ।